ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ। 2 ਸ਼ਬਦ। ਆਪਣੇ ਬਾਰੇ ਇਹ ਲਿਖਣਾ ਕਿ ਮੈਂ ਕਿੰਨਾ ਚੰਗਾ ਹਾਂ ਚੰਗੀ ਕਲਾ ਦਾ ਸੂਚਕ ਨਹੀਂ। ਲਿਖਣ ਲੱਗਿਆਂ ਲੁਕੇ ਹੋਏ ਰਾਜ ਤੇ ਦੱਬੇ ਹੋਏ ਪਾਪ ਉਜਾਗਰ ਹੋਣ ਤੇ ਉਹਨਾਂ ਦੀ ਅੰਦਰਲੀ ਗਤੀ ਪ੍ਰਤੱਖ ਹੋਵੇ ਤਾਂ ਲੇਖਕ ਨੂੰ ਵੀ ਇੱਕ ਨਵੀਂ ਸੂਝ ਤੇ ਚਾਨਣ ਮਿਲਦਾ ਹੈ। ਮੈਂ ਆਪਣੇ ਬਾਰੇ ਲਿਖ ਰਿਹਾ ਹਾਂ। ਮਨ ਦੀਆਂ ਤਪਦੀਆਂ ਛਾਵਾਂ, ਸੁਚੇਤ ਅਤੇ ਅਚੇਤ ਦੀ ਟੱਕਰ, ਦੋਸਤਾਂ ਅਤੇ ਮਹਿਬੂਬ ਤੀਵੀਆਂ ਦੇ ਜਜ਼ਬੇ ਸਿੰਮੇ ਚਿੱਤਰ, ਪਿਆਰ ਤੜਫਾ ਤੇ ਨਫ਼ਰਤ ਦੀਆਂ ਚਿਣਗਾਂ, ਇਹ ਸਭ ਕੁਝ ਵਰਤਮਾਨ ਸਮਾਜ ਦੇ ਪਿਛੋਕੜ ਵਿੱਚ ਵਾਪਰਦਾ ਹੈ। ਨੰਗੀ ਧੁੱਪ ਮੇਰੇ ਆਪਣੇ ਜੀਵਨ ਉੱਤੇ ਆਧਾਰਿਤ ਹੈ। ਜਦੋਂ ਕੋਈ ਲੇਖਕ ਆਪਣੇ ਇਮੇਜ ਨੂੰ ਲਿਸ਼ਕਾਉਣ ਦੀ ਫਿਕਰ ਕਰਨ ਲੱਗ ਪਵੇ ਤਾਂ ਉਹ ਉਸੇ ਥਾਂ ਖੜਾ ਰਹਿ ਜਾਂਦਾ ਹੈ। ਹਰ ਨਵੀਂ ਰਚਨਾ ਇੱਕ ਨਵਾਂ ਸਫ਼ਰ ਤੇ ਨਵੀਂ ਸਵੈ ਖੋਜ ਹੈ। ਮੇਰਾ ਕੋਈ ਇਮੇਜ ਨਹੀਂ, ਜੋ ਹੈ ਉਸ ਨੂੰ ਮੈਂ ਹਮੇਸ਼ਾ ਤੋੜਦਾ ਰਿਹਾ ਹਾਂ ਤੇ ਇਸ ਤਰ੍ਹਾਂ ਇੱਕ ਨਵਾਂ ਇਮੇਜ ਬਣਦਾ ਰਿਹਾ ਹੈ। ਠਹਿਰਿਆ ਹੋਇਆ ਇਮੇਜ, ਜੰਮਿਆ ਹੋਇਆ ਇਮੇਜ, ਸਥਾਪਤ ਇਮੇਜ ਇੱਕ ਮੁਰਦ ਚੀਜ਼ ਹੈ। ਇਸ ਨੂੰ ਹਰ ਵਾਰ ਨਵੀਂ ਧੜਕਣ ਤੇ ਨਵੇਂ ਸਾਹ ਦੀ ਲੋੜ ਹੈ। ਮੇਰੇ ਪਾਤਰ ਨੰਗੇ ਹਨ, ਆਦਮ ਤੇ ਹਵਾ ਵਾਂਗ। ਇਹੋ ਉਹਨਾਂ ਦੀ ਖੂਬਸੂਰਤੀ ਹੈ ਤੇ ਇਹੋ ਉਹਨਾਂ ਦਾ ਦੋਸ਼। ਮੈਂ ਜਿਸ ਤੀਵੀਂ ਨੂੰ ਪਿਆਰ ਕੀਤਾ ਉਸ ਦੇ ਹੁਸਨ ਨੂੰ ਤੇ ਨੰਗੇਜ ਨੂੰ ਚਿਤਾਰਿਆ ਹੈ। ਜਦੋਂ ਕੋਈ ਪੇਂਟਰ ਜਾਂ ਬੁੱਤਘਾੜਾ ਨਗਨ ਮੂਰਤੀ ਬਣਾਉਂਦਾ ਹੈ ਤਾਂ ਉਹ ਆਪਣੀ ਮਾਂ ਜਾਂ ਮਹਿਬੂਬ ਦੇ ਨਿਤੰਬ ਤੇ ਮਮੇ ਹੀ ਸਿਰਜ ਰਿਹਾ ਹੁੰਦਾ ਹੈ। ਉਹ ਆਦ ਅਨੁਭਵ ਜੋ ਹਮੇਸ਼ਾ ਨੰਗੇ ਨੇ। ਸੱਚ ਖੁਦ ਨੰਗਾ ਹੈ। ਮੈਂ ਨੰਗੇ ਸੱਚ ਦਾ ਪੁਜਾਰੀ ਹਾਂ। ਨੰਗੀ ਮੂਰਤੀ ਨੂੰ ਮੱਥਾ ਟੇਕਦਾ ਹਾਂ। ਮਨੁੱਖ ਖੁਦ ਵੀ ਇਕੱਲਾ ਤੇ ਨੰਗਾ ਹੈ। ਆਪਣੇ ਸਰੀਰ ਦੀ ਚਮੜੀ ਨਾਲੋਂ ਹੋਰ ਕੋਈ ਚੀਜ਼ ਵਧੇਰੇ ਨਿੱਘ ਨਹੀਂ ਦਿੰਦੀ। ਮੈਂ ਪਾਤਰਾਂ ਦੇ ਅਸਲੀ ਨਾਂ, ਅਸਲੀ ਥਾਂ, ਅਸਲੀ ਸ਼ਹਿਰ, ਅਸਲੀ ਘਟਨਾਵਾਂ ਵਰਤੀਆਂ ਹਨ, ਪਰ ਕਿਤੇ ਕਿਤੇ ਮੈਂ ਕਾਲਪਨਿਕ ਨਾਂ ਦੇ ਬਦਲੇ ਹੋਏ ਚਿਹਰੇ ਵੀ ਹਨ। ਮੇਰਾ ਮਨੋਰਥ ਤੁਹਾਨੂੰ ਸਿਰਫ ਤੱਥ ਦੱਸਣਾ ਨਹੀਂ ਸਗੋਂ ਸੱਚ ਦੱਸਣਾ ਹੈ। ਡੂੰਘੀਆਂ ਤੇ ਲੁਕੀਆਂ ਹਕੀਕਤਾਂ, ਵਾਸ਼ਨਾ ਦਾ ਟੂਣਾ, ਲਹੂ ਵਿੱਚ ਮੱਚਦੀਆਂ ਖੁਆਇਸ਼ਾਂ ਤੇ ਰਚਨਾ ਦੇ ਆਪ ਮੁਹਾਰੇ ਅਮਲ। ਮੇਰੀ ਇਸ ਲਿਖਤ ਵਿੱਚ ਘਟਨਾਵਾਂ ਸਮੇਂਬੰਧ ਤੇ ਲੜੀਬੰਧ ਨਹੀਂ ਹਨ। ਅਤੀਤ ਅਤੇ ਭਵਿੱਖ ਅੱਗੜ ਪਿਛੜ ਹੋ ਜਾਂਦੇ ਹਨ। ਘਟਨਾਵਾਂ, ਬਿੰਬ ਤੇ ਪਿਛਲ ਝਾਤਾਂ ਕਈ ਵਾਰ ਇੱਕੋ ਸਮੇਂ ਨਹੀਂ ਜਾਗਦੀਆਂ। ਮੇਰੀਆਂ ਅੱਖਾਂ ਜਦੋਂ ਕਿਸੇ ਘੋੜੇ ਨੂੰ ਵੇਖਦੀਆਂ ਹਨ ਤਾਂ ਜ਼ਰੂਰੀ ਨਹੀਂ ਕਿ ਮੇਰੀ ਨਜ਼ਰ ਸਿਰ ਉੱਤੇ ਪਵੇ। ਬਿਲਕੁਲ ਸੰਭਵ ਹੈ ਮੈਂ ਪਹਿਲਾਂ ਘੋੜੇ ਦੀ ਉੱਡਦੀ ਹੋਈ ਆਲ ਦੇਖਾਂ ਜਾਂ ਫਿਰ ਉਸ ਦੇ ਪੈੜ। ਯਥਾਰਥ ਕਈ ਵਾਰ ਬੜਾ ਔਟਲਾ ਤੇ ਪੁੱਠਾ ਚਮਤਕਾਰ ਹੁੰਦਾ ਹੈ। ਅੰਗ ਪਹਿਲਾ। ਜਦੋਂ ਮੈਂ ਜਿੰਨੀ ਨੂੰ ਸਿਆਟਲ ਵਿੱਚ ਮਿਲਿਆ ਉਸ ਵੇਲੇ ਮੇਰੇ 3 ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿੱਚ ਡੁੱਬੀਆਂ ਹੋਈਆਂ ਸਨ। ਤਿੰਨੇ ਵਫਾਦਾਰ, ਤਿੰਨੇ ਬੇਗਮਤੀਆਂ, ਤਿੰਨੇ ਕੌਲ ਕਰਾਰ ਦੀਆਂ ਪੂਰੀਆਂ। ਮੈਂ ਪਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ, ਕਿਸ ਨੂੰ ਲਾਰਾ ਲਵਾਂ, ਕਿਸ ਨੂੰ ਧੋਖਾ ਦੇਵਾਂ। ਮੈਂ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜ੍ਹਾ ਰਿਹਾ ਸਾਂ। ਸ਼ਾਮ ਨੂੰ ਮੈਂ ਇੱਕ ਵਿਸ਼ੇਸ਼ ਕਲਾਸ ਪੰਜਾਬੀ ਸੱਭਿਆਚਾਰ ਬਾਰੇ ਸ਼ੁਰੂ ਕੀਤੀ ਜੋ ਹਫ਼ਤੇ ਵਿੱਚ 3 ਵਾਰ ਜੁੜਦੀ ਸੀ। ਦਰਅਸਲ ਇਹ ਕਲਾਸ 19 ਸਾਲਾਂ ਦੀ ਕੁੜੀ ਮਾਰਸ਼ਾ ਨੇ ਖਾਸ ਤੌਰ ਤੇ ਮੈਨੂੰ ਆਖ ਕੇ ਲਗਵਾਈ ਸੀ। ਮਾਰਸ਼ਾ ਆਪਣੇ ਜਾਵਰ ਬਾਪ ਤੋਂ ਤੰਗ ਸੀ ਤੇ ਸ਼ਾਮ ਮੇਰੇ ਨਾਲ ਬਿਤਾਉਣਾ ਚਾਹੁੰਦੀ ਸੀ। ਜਿੰਨੀ ਨੇ ਇਸ਼ਤਿਹਾਰ ਪੜ੍ਹਿਆ ਤੇ ਉਹ ਵੀ ਇਸ ਕਲਾਸ ਵਿੱਚ ਦਾਖਲ ਹੋ ਗਈ। ਉਹ ਯੂਨੀਵਰਸਿਟੀ ਦੇ ਵਿਭਾਗ ਵਿੱਚ ਕੰਮ ਕਰ ਰਹੀ ਸੀ। ਇੱਕ ਦਿਨ ਮਾਰਸ਼ਾ ਕਲਾਸ ਨਾ ਆਈ। ਮੈਂ ਆਪਣੇ ਘਰ ਵਾਪਸ ਆਉਂਦਿਆਂ ਜਿੰਨੀ ਨੂੰ ਆਪਣੀ ਕਾਰ ਉੱਤੇ ਲਿਫਟ ਦਿੱਤੀ। ਉਸਨੇ ਮੇਰਾ ਸ਼ੁਕਰੀਆ ਅਦਾ ਕੀਤਾ ਤੇ 1 ਮਿੰਟ ਰੁਕਣ ਲਈ ਆਖਿਆ। ਉਹ ਦੌੜ ਕੇ ਆਪਣੇ ਅਪਾਰਟਮੈਂਟ ਵਿੱਚ ਗਈ ਜੋ ਇੱਕ ਵੀਰਾਨ ਬਾਗ ਵਿੱਚ ਸੀ ਤੇ ਛੇਤੀ ਹੀ ਨਿੱਕਾ ਜਿਹਾ ਪੈਕਟ ਲੈ ਕੇ ਮੁੜੀ। ਬੋਲੀ, ਲਓ ਇਹ ਘਰ ਦਾ ਬਣਾਇਆ ਕੇਕ ਹੈ। ਮੈਂ ਬਣਾਇਆ ਸੀ। ਤੁਹਾਨੂੰ ਬਾਜ਼ਾਰੀ ਕੇਕ ਨਹੀਂ ਖਾਣੇ ਚਾਹੀਦੇ। ਇਹ ਆਖ ਕੇ ਉਹ ਚਲੀ ਗਈ।
ਇੱਕ ਦਿਨ ਉਹ ਮੇਰੇ ਅਪਾਰਟਮੈਂਟ ਵਿੱਚ ਆਈ ਤੇ ਮੇਰੇ ਅਣਧੋਤੇ ਕੱਪੜਿਆਂ ਦੀ ਗਠੜੀ ਬੰਨ੍ਹ ਕੇ ਲੈ ਗਈ। ਦੂਜੇ ਦਿਨ ਉਹ ਕੱਪੜਿਆਂ ਨੂੰ ਮਸ਼ੀਨ ਵਿੱਚ ਧੋ ਕੇ ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਲੈ ਆਈ। ਜਦੋਂ ਜਾਣ ਲੱਗੀ ਤਾਂ ਮੈਂ ਪੁੱਛਿਆ, ਮੈਂ ਤੈਨੂੰ ਛੱਡ ਆਵਾਂ? ਉਹ ਬੋਲੀ, ਨਹੀਂ, ਮੈਨੂੰ ਪੈਦਲ ਚੱਲਣਾ ਬਹੁਤ ਚੰਗਾ ਲੱਗਦਾ ਹੈ। ਜਿੰਨੀ ਨੂੰ ਪੈਦਲ ਸੈਰ ਕਰਨ ਦਾ ਸ਼ੌਂਕ ਸੀ, ਉਸ ਦੀਆਂ ਲੱਤਾਂ ਲੰਮੀਆਂ ਤੇ ਚਾਲ ਵਿੱਚ ਤੇਜ਼ੀ ਤੇ ਲਚਕ ਸੀ। ਉਹ ਚਾਹੁੰਦੀ ਸੀ ਕਿ ਨਿਊਯਾਰਕ ਵਿੱਚ ਜਾ ਕੇ ਸ਼ਿਕਾਰੀ ਕੁੱਤਿਆਂ ਨੂੰ ਸੈਰ ਕਰਾਉਣ ਦਾ ਕੰਮ ਕਰੇ। ਤਨਖਾਹ $3 ਫੀ ਘੰਟਾ। ਇਸ ਦੇ ਨਾਲ ਹੀ ਚਮੜੇ ਦਾ ਪਤਲਾ ਖੂਬਸੂਰਤ ਕੋਟ, ਲੰਮੀਆਂ ਖੂਬਸੂਰਤ ਜੁਰਾਬਾਂ, ਮੇਮਣੇ ਦੀ ਖੱਲ ਦੇ ਉੱਚੇ ਕਾਲੇ ਬੂਟ ਮਿਲਦੇ ਸਨ। ਉਹ ਇਨ੍ਹਾਂ ਸ਼ਿਕਾਰੀ ਪਾਲਤੂ ਕੁੱਤਿਆਂ ਨੂੰ ਸੈਰ ਕਰਵਾਉਣ ਲੈ ਜਾਣ ਬਾਰੇ ਸੋਚਦੀ। ਅਮੀਰ ਆਦਮੀਆਂ ਦੇ ਘਰਾਂ ਵਿੱਚ ਡੱਕੇ ਹੋਏ ਅਲੀਸ਼ੇਸ਼ਨ ਅਤੇ ਬੁਲਡਾਗਾਂ ਨੂੰ ਬਾਹਰ ਕੌਣ ਲਿਜਾਂਦਾ? ਅਮੀਰਾਂ ਨੂੰ ਇਤਨੀ ਬੇਲ ਕਿੱਥੇ? ਉਹ ਇਹ ਖੌਫਨਾਕ ਕੁੱਤਿਆਂ ਨੂੰ ਸੰਗਲੀ ਨਾਲ ਬੰਨੀ ਬੇਧੜਕ ਨਿਊਯਾਰਕ ਦੀਆਂ ਸੜਕਾਂ ਉੱਤੇ ਸੈਰ ਕਰਵਾਉਣ ਦੇ ਖਾਬ ਲੈਂਦੀ। ਇਸ ਤਰ੍ਹਾਂ ਇਹ ਕੁੱਤੇ ਉਸ ਦੀ ਰਾਖੀ ਵੀ ਕਰ ਸਕਦੇ। ਕਿਸੇ ਗੁੰਡੇ ਦੀ ਕੀ ਮਜਾਲ ਕਿ ਉਸ ਨੂੰ ਛੇੜ ਸਕੇ। ਨਾਲੇ ਉਸ ਦਾ ਆਪਣਾ ਪੈਦਲ ਸੈਰ ਕਰਨ ਦਾ ਚਾਅ ਵੀ ਪੂਰਾ ਹੋ ਜਾਏਗਾ ਤੇ ਨਾਲੇ ਪੈਸੇ ਵੀ ਬਹੁਤ ਮਿਲਣਗੇ। ਕਮ ਸੇ ਕਮ ਯੂਨੀਵਰਸਿਟੀ ਦੇ ਵਿਭਾਗ ਵਿੱਚ ਕੁਰਸੀ 'ਤੇ ਬੈਠ ਕੇ 8 ਘੰਟੇ ਕੰਮ ਕਰਨ ਤੋਂ ਇਹ ਸੈਰ ਕਰਨ ਵਾਲਾ ਕੰਮ ਕਿਤੇ ਚੰਗਾ ਸੀ। ਜਿੰਨੀ ਇਕੱਲੀ ਰਹਿੰਦੀ ਸੀ, 18 ਸਾਲ ਦੀ ਉਮਰ ਪਿੱਛੋਂ ਅਮਰੀਕਾ ਵਿੱਚ ਕੋਈ ਕੁੜੀ ਆਪਣੇ ਘਰ ਵਿੱਚ ਨਹੀਂ ਰਹਿੰਦੀ। ਸਭ ਆਪਣੇ ਮਾਪਿਆਂ ਤੋਂ ਅਲਵਿਦਾ ਲੈ ਫਲੈਟ ਲੈ ਕੇ ਕਿਸੇ ਸਹੇਲੀ ਜਾਂ ਦੋਸਤ ਨਾਲ ਰਹਿੰਦੀਆਂ ਹਨ। ਉੱਥੇ ਕੋਈ ਬਾਬਲ ਦਾ ਵਿਹੜਾ ਨਹੀਂ। ਸਗੋਂ ਜੇ ਕੋਈ ਕੁੜੀ ਮਾਪਿਆਂ ਨਾਲ ਹੀ ਰਹਿੰਦੀ ਹੈ ਤਾਂ ਉਹ ਇਤਨੀ ਹੀ ਅਜੀਬ ਤੇ ਜਿੱਲਤ ਵਾਲੀ ਗੱਲ ਹੈ ਜਿਵੇਂ ਪੰਜਾਬ ਦੇ ਪਿੰਡ ਵਿੱਚ ਕੋਈ ਜਵਾਨ ਕੁੜੀ ਮਾਪਿਆਂ ਤੋਂ ਵੱਖਰੀ ਹੋ ਚੁਬਾਰਾ ਲੈ ਕੇ ਰਹਿਣ ਲੱਗ ਪਵੇ। ਜਿੰਨੀ ਦੇ ਮਾਤਾ ਪਿਤਾ ਸਿਆਟਲ ਵਿੱਚ ਹੀ ਰਹਿੰਦੇ ਸਨ, ਵਾਸ਼ਿੰਗਟਨ ਝੀਲ ਤੋਂ ਪਾਰ। ਪਰ ਮੈਨੂੰ ਇਸ ਦਾ ਪਤਾ ਨਹੀਂ ਸੀ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਉਸ ਦਾ ਪਿਤਾ ਇੱਕ ਵੱਡੇ ਨੈਸ਼ਨਲ ਬੈਂਕ ਦਾ ਵਾਈਸ ਪ੍ਰੈਜ਼ੀਡੈਂਟ ਸੀ। ਜਿੰਨੀ ਕਦੇ ਆਪਣੇ ਘਰ ਦੀ ਗੱਲ ਨਹੀਂ ਸੀ ਕਰਦੀ। ਕਈ ਵਾਰ ਮੈਂ ਤੇ ਜਿੰਨੀ ਇੱਕ ਛੋਟੇ ਜਿਹੇ ਕੈਫੇ ਵਿੱਚ ਜਾਂਦੇ। ਅਸੀਂ ਉੱਥੇ ਕਈ ਘੰਟੇ ਬੈਠਦੇ। ਉਹ ਚਾਕਲੇਟ ਆਈਸਕ੍ਰੀਮ ਦਾ ਆਰਡਰ ਦਿੰਦੀ ਤੇ ਮੈਂ ਕੌਫੀ ਦਾ। ਉਹ ਚੰਗੀ ਖੁਰਾਕ ਬਾਰੇ ਮੈਨੂੰ ਪ੍ਰੇਰਦੀ, ਆਖਦੀ ਕਿ ਮੈਨੂੰ ਤਲੀਆਂ ਹੋਈਆਂ ਚੀਜ਼ਾਂ ਜਿਵੇਂ ਡਬਲ ਰੋਟੀ ਘੱਟ ਖਾਣੀ ਚਾਹੀਦੀ ਹੈ। ਮੈਨੂੰ ਸਾਮਨ ਮੱਛੀ, ਰੋੜਾ ਮੀਟ, ਦੁੱਧ ਤੇ ਨਿੰਬੂ, ਸੰਤਰੇ ਜਾਂ ਮਾਲਟੇ ਖਾਣੇ ਚਾਹੀਦੇ ਹਨ। ਪਰ ਮੈਨੂੰ ਇਹ ਚੀਜ਼ਾਂ ਬਹੁਤ ਘੱਟ ਪਸੰਦ ਸਨ। ਮੈਂ ਹਾਲੇ ਵੀ ਤੜਕੀ ਹੋਈ ਮਾਂਹ ਦੀ ਦਾਲ ਤੇ ਹਰੀਆਂ ਮਿਰਚਾਂ ਦੇ ਅਚਾਰ ਦਾ ਸ਼ੌਕੀਨ ਸਾਂ। ਮੇਰਾ ਫਲੈਟ 2 ਮੰਜ਼ਲੇ ਮਕਾਨ ਦੇ ਉੱਪਰਲੇ ਹਿੱਸੇ ਵਿੱਚ ਸੀ। ਵਧੀ ਹੋਈ ਖੁੱਲ੍ਹੀ ਬਾਲਕੋਨੀ ਵਿੱਚੋਂ ਹੇਠਾਂ ਦਰੱਖਤਾਂ ਤੇ ਘਾਹ ਨਾਲ ਸ਼ਿੰਗਾਰੀ ਢਲਵਾਨ ਸੀ। ਉਸ ਤੋਂ ਅੱਗੇ ਬਹੁਤ ਚੌੜੀ ਖੁੱਲ੍ਹੀ ਸੜਕ ਸੀ ਜਿਸ ਉੱਤੇ 12 ਕਾਰਾਂ ਇੱਕੋ ਵੇਲੇ ਦੌੜ ਸਕਦੀਆਂ ਸਨ। ਇਸ ਤੋਂ ਅੱਗੇ ਖੂਬਸੂਰਤ ਝੀਲ। ਮੈਨੂੰ ਹਰ ਵੇਲੇ ਤੇਜ਼ ਕਾਰਾਂ ਦੇ ਸ਼ੂਕਣ ਦੀ ਆਵਾਜ਼ ਸੁਣਦੀ, ਜਿਵੇਂ ਜੰਗਲ ਵਿੱਚ ਤੇਜ਼ ਹਵਾ ਸਾਂ ਕਰਦੀ ਜਾ ਰਹੀ ਹੋਵੇ। ਇੱਕ ਤਰ੍ਹਾਂ ਦੀ ਲੋਰੀ ਜਿਹੀ, ਜਿਵੇਂ ਸਮੁੰਦਰ ਦੀਆਂ ਲਹਿਰਾਂ ਦਾ ਸ਼ੋਰ ਹੁੰਦਾ ਹੈ, ਨੀਂਦ ਵਿੱਚ ਭਿੱਜਿਆ ਹੋਇਆ। ਮੈਂ ਇਕੱਲਾ ਬੈਠਾ ਖਿੜਕੀ ਵਿੱਚੋਂ ਝੀਲ ਨੂੰ ਤੱਕਦਾ, ਪਹਾੜੀਆਂ ਦੀਆਂ ਢਲਵਾਨਾਂ ਤੇ ਉੱਚੀ ਸਪੇਨ ਨੀਡਲ ਨੂੰ ਦੇਖਦਾ, ਜਿਸ ਉੱਤੇ ਇੱਕ ਗੋਲ ਰੈਸਟੋਰੈਂਟ ਕੀੜੀ ਦੀ ਚਾਲ ਘੁੰਮਦਾ। ਬਿਜਲੀ ਦੇ ਅਣਗਿਣਤ ਲਾਟੂ 20 ਮੀਲ ਦੀ ਵਾਦੀ ਵਿੱਚ ਟਿਮਕਦੇ। ਮੈਂ ਇਸ ਦ੍ਰਿਸ਼ ਨੂੰ ਤੱਕਦਾ ਹੋਇਆ ਇਕੱਲਾ ਮਹਿਸੂਸ ਨਾ ਕਰਦਾ। ਟੈਲੀਫੋਨ ਮੇਰਾ ਸਾਥੀ ਸੀ, ਮੇਰੀ ਲੰਮੀ ਬਾਂਹ। ਇਸ ਰਾਹੀਂ ਮੈਂ ਦੂਰ ਬੈਠੇ ਲੋਕਾਂ ਨੂੰ ਮਹਿਸੂਸ ਕਰ ਸਕਦਾ ਸਾਂ, ਉਹਨਾਂ ਨੂੰ ਛੂਹ ਸਕਦਾ ਸਾਂ, ਉਹਨਾਂ ਦੀ ਆਵਾਜ਼ ਸੁਣ ਸਕਦਾ ਸਾਂ। ਜਿਸ ਨੂੰ ਚਾਹੁੰਦਾ ਉਸ ਨਾਲ ਗੱਲ ਕਰ ਸਕਦਾ ਸਾਂ। ਮੈਂ ਜਿੰਨੀ ਨੂੰ ਆਖਿਆ ਸੀ ਕਿ ਉਹ ਮੈਨੂੰ ਕਦੇ ਟੈਲੀਫੋਨ ਨਾ ਕਰੇ, ਨਾ ਹੀ ਉਹ ਬਿਨਾਂ ਦੱਸੇ ਕਦੇ ਆਵੇ। ਮੈਂ ਨਹੀਂ ਸੀ ਚਾਹੁੰਦਾ ਕਿ ਕਿਸੇ ਨੂੰ ਮੇਰੇ ਅਤੇ ਉਸ ਦੇ ਰਿਸ਼ਤੇ ਬਾਰੇ ਪਤਾ ਚੱਲੇ।
ਉਸਨੇ ਮੇਰੇ ਕਹਿਣ ਦਾ ਆਦਰ ਕੀਤਾ। ਉਹ ਆਪਣੇ ਅਪਾਰਟਮੈਂਟ ਵਿੱਚ ਬੈਠੀ ਸ਼ਾਮ ਨੂੰ ਅਕਸਰ ਮੇਰਾ ਇੰਤਜ਼ਾਰ ਕਰਦੀ। ਉਸ ਦਾ ਅਪਾਰਟਮੈਂਟ 1.5 ਕਮਰੇ ਦਾ ਸੀ। ਇੱਕ ਲੰਮਾ ਕਮਰਾ ਜਿਸ ਵਿੱਚ ਉਸ ਦਾ ਬਿਸਤਰ, ਪੜ੍ਹਨ ਲਿਖਣ ਵਾਲੀ ਮੇਜ਼, 2 ਕੁਰਸੀਆਂ, ਸੈਲਫ ਤੇ ਹੋਰ ਨਿੱਕਾ ਮੋਟਾ ਸਮਾਨ। ਕਮਰੇ ਵਿੱਚ ਕਾਲੀਨ ਵਿਛਿਆ ਹੋਇਆ ਸੀ। ਇੱਕ ਨਿੱਕਾ ਜਿਹਾ ਕਿਚਨ ਜਿਸ ਵਿੱਚ ਫਰਿੱਜ, ਬਿਜਲੀ ਦਾ ਚੁੱਲ੍ਹਾ, ਲੋੜੀ ਦਾ ਸਮਾਨ ਸੀ। ਉਸਨੇ ਮੈਨੂੰ ਆਪਣੇ ਕਮਰੇ ਦੇ ਵੱਡੇ ਹਾਲ ਦੇ ਬੂਹੇ ਦੀ ਡਬਲ ਚਾਬੀ ਦੇ ਦਿੱਤੀ। ਕਈ ਵਾਰ ਮੈਂ ਚਿਰਕਾ ਰਾਤ ਨੂੰ ਜਾਂਦਾ ਤਾਂ ਉਹ ਬੈਠੀ ਸਵੈਟਰ ਬੁਣਦੀ ਹੋਈ ਕੋਈ ਕਿਤਾਬ ਪੜ੍ਹ ਰਹੀ ਹੁੰਦੀ। ਇੱਕ ਦਿਨ ਮੈਂ ਉਸ ਨੂੰ ਆਖਿਆ ਕਿ ਸ਼ਾਮ ਨੂੰ ਖਾਣੇ ਉੱਤੇ ਆਵਾਂਗਾ। ਅਚਾਨਕ ਮਾਰਸ਼ਾ ਮੈਨੂੰ ਮਿਲਣ ਆ ਗਈ ਤੇ ਅੱਧੀ ਰਾਤ ਤੱਕ ਰਹੀ। ਉਹ ਇੱਕ ਜੰਗਲੀ ਬਿੱਲੀ ਵਾਂਗ ਕਾਲੀਨ ਉੱਤੇ ਲੇਟੀ ਸਿਗਰਟ ਪੀ ਰਹੀ ਸੀ। ਮੇਰਾ ਟੇਬਲ ਲੈਂਪ ਲਾਲ ਰੋਸ਼ਨੀ ਸੁੱਟ ਰਿਹਾ ਸੀ। ਇਹ ਟੇਬਲ ਲੈਂਪ ਮੈਂ ਇੱਕ ਕਵਾੜੀ ਤੋਂ ਮੁੱਲ ਲਿਆ ਸੀ, ਜਿਸ ਦੀ ਚਿਮਣੀ ਉੱਤੇ ਮੈਂ ਲਾਲ ਪੇਂਟ ਕਰ ਦਿੱਤਾ ਸੀ। ਟੈਲੀਫੋਨ ਦੀ ਘੰਟੀ ਕਈ ਵਾਰ ਵੱਜੀ, ਪਰ ਮੈਂ ਇਸ ਨੂੰ ਨਾ ਚੁੱਕਿਆ। ਇਸ ਦੀ ਘੰਟੀ ਤੋਂ ਮੈਂ ਅੰਦਾਜ਼ਾ ਲਾ ਲਿਆ ਕਿ ਇਹ ਜਿੰਨੀ ਸੀ। ਮੇਰੇ ਅੰਦਰ ਇੱਕ ਸੂਖਮ ਸ਼ਕਤੀ ਪੈਦਾ ਹੋ ਗਈ ਸੀ, ਇੱਕ ਯੋਗ ਸਾਧਨਾ, ਇੱਕ ਪ੍ਰਕਾਰ ਦੀ ਅਦੁੱਤੀ ਭਾਪਣ ਸ਼ਕਤੀ ਜੋ ਟੈਲੀਫੋਨ ਦੀ ਟਰਨ ਤੋਂ ਹੀ ਅਨੁਮਾਨ ਲਾ ਲੈਂਦੀ ਕਿ ਇਹ ਟੈਲੀਫੋਨ ਕਿਸ ਦਾ ਸੀ। ਟੈਲੀਫੋਨ ਦਾ ਯੰਤਰ ਇੱਕ ਨਿੱਕੇ ਜਿਹੇ ਕਤੂਰੇ ਵਾਂਗ ਭੌਂਕਦਾ ਤੇ ਮੈਂ ਸਮਝ ਜਾਂਦਾ ਕਿ ਕੌਣ ਮੈਨੂੰ ਬੁਲਾ ਰਿਹਾ ਹੈ। ਮੈਨੂੰ ਟੈਲੀਫੋਨ ਦੀ ਟਰਨ ਦੀ ਜਜ਼ਬਾਤੀ ਟੋਨ ਦੀ ਪਰਖ ਸੀ। ਇਹ ਟੋਨ ਹੁਕਮ ਦੇ ਰਹੀ ਸੀ, ਮਿੰਨਤਾਂ ਕਰ ਰਹੀ ਸੀ ਤੇ ਘੂਰੀ ਵੱਟ ਰਹੀ ਸੀ, ਪਿਆਰ ਕਰ ਰਹੀ ਸੀ ਜਾਂ ਫਿਰ ਗੁੱਸੇ ਵਿੱਚ ਝਿੜਕ ਰਹੀ ਸੀ। ਮੇਰੀ ਦੋਸਤ ਜੌੜੀ ਮੈਨੂੰ 2000 ਮੀਲ ਦੇ ਫਾਸਲੇ ਤੋਂ ਟੈਲੀਫੋਨ ਕਰਦੀ ਤਾਂ ਮੈਂ ਫੌਰਨ ਹੀ ਟੈਲੀਫੋਨ ਦੀ ਮੁਲਾਇਮ ਮਖਮਲੀ ਟੋਨ ਨੂੰ ਪਛਾਣ ਲੈਂਦਾ। ਪਰ ਹੁਣ ਇਹ ਟੈਲੀਫੋਨ ਜਿੰਨੀ ਦਾ ਸੀ। ਬਾਰ-ਬਾਰ ਉਹੀ ਜਜ਼ਬਾ, ਉਹੀ ਤਰਲਾ, ਉਹੀ ਮਿੱਠੀ ਸਨਸਨੀ। ਇਹ ਜ਼ਰੂਰ ਜਿੰਨੀ ਸੀ। ਮੈਂ ਕਮਰੇ ਵਿੱਚ ਨਹੀਂ ਸਾਂ। ਅੱਧੀ ਰਾਤ ਯਕਦਮ ਮੈਨੂੰ ਚਿੰਤਾ ਹੋਈ ਤੇ ਆਪਣੇ ਗੁਨਾਹ ਦਾ ਅਹਿਸਾਸ। ਮੈਂ ਮਾਰਸ਼ਾ ਨੂੰ 14 ਮੀਲ ਦੂਰ ਖਾੜੀ ਦੇ ਪੁਲ ਤੋਂ ਪਾਰ ਛੱਡ ਕੇ ਤੇਜ਼ ਕਾਰ ਵਿੱਚ ਢਲਵਾਨਾ ਉੱਤੋਂ ਦੀ ਹੁੰਦਾ ਹੋਇਆ ਰਾਤ ਦੇ 1 ਵਜੇ ਜਿੰਨੀ ਦੇ ਅਪਾਰਟਮੈਂਟ ਪੁੱਜਾ। ਨਿੱਕੀ ਬਾਰਿਸ਼ ਹੋ ਰਹੀ ਸੀ ਤੇ ਠੰਡ ਸੀ। ਮੈਂ ਵੱਡੇ ਹਾਲ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਿਆ ਤੇ ਉਸ ਦੇ ਕਮਰੇ ਦਾ ਬੂਹਾ ਖੋਲ੍ਹਿਆ। ਦੇਖਿਆ ਉਹ ਬੈਠੀ ਮੇਰੇ ਲਈ ਜੁਰਾਬਾਂ ਬੁਣ ਰਹੀ ਸੀ। ਉਹ ਦੌੜ ਕੇ ਮੇਰੇ ਗਲ ਲੱਗ ਗਈ ਤੇ ਸਿਸਕੀਆਂ ਲੈਂਦੀ ਹੋਈ ਆਖਣ ਲੱਗੀ, ਮੇਰੇ ਪਿਆਰੇ, ਮੈਨੂੰ ਬਹੁਤ ਫਿਕਰ ਸੀ, ਸ਼ਾਇਦ ਕੋਈ ਐਕਸੀਡੈਂਟ। ਤੂੰ ਕਿੱਥੇ ਸੀ? ਤੂੰ ਟੈਲੀਫੋਨ ਵੀ ਨਾ ਕੀਤਾ। ਮੈਂ ਬੈਠੀ ਉਡੀਕਦੀ ਰਹੀ। ਮੈਨੂੰ ਡਰ ਲੱਗਣ ਲੱਗਾ। ਉਹ ਫੁੱਟ ਕੇ ਰੋਣ ਲੱਗੀ। ਮੈਂ ਉਸ ਨੂੰ ਘੁੱਟ ਕੇ ਪਿਆਰ ਕੀਤਾ, ਚੁੰਮਿਆ ਤੇ ਦਿਲਾਸਾ ਦਿੱਤਾ। ਫਿਰ ਉਹ ਖੁਸ਼ੀ ਨਾਲ ਹੱਸਣ ਲੱਗੀ। ਉਸ ਨੇ ਮੇਰੇ ਲਈ ਸੂਪ ਤਿਆਰ ਕੀਤਾ ਸੀ। ਮੈਂ ਖਾਣਾ ਖਾਣ ਬੈਠ ਗਿਆ। ਇਹ ਉਸ ਸ਼ਾਮ ਦਾ ਮੇਰਾ ਤੀਜਾ ਖਾਣਾ ਸੀ। ਮੈਂ ਉਹਦੀ ਭਾਵਨਾ ਤੋਂ ਬਹੁਤ ਮੁਤਾਸਰ ਹੋਇਆ। ਉਸ ਰਾਤ ਮੈਂ ਉਸ ਨਾਲ ਸ਼ਾਦੀ ਕਰਨ ਦਾ ਫੈਸਲਾ ਕਰ ਲਿਆ। ਜਿੰਨੀ ਦੀ ਸ਼ਕਲ ਨੂੰ ਸਹੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ। ਉਸ ਦੀ ਸੁੰਦਰਤਾ ਵਿੱਚ ਕਿਸੇ ਦਗਦੀ ਹੋਈ ਬੇਗ ਭਰੀ ਸੁੰਦਰੀ ਦਾ ਨਸ਼ਾ ਨਹੀਂ ਸੀ, ਸਗੋਂ ਉਸ ਦਾ ਹੁਸਨ ਇਸ ਤਰ੍ਹਾਂ ਸੀ ਜਿਵੇਂ ਜਾਲੀਦਾਰ ਪਰਦੇ ਵਿੱਚੋਂ ਡੁੱਬਦੇ ਸੂਰਜ ਦੀ ਰੋਸ਼ਨੀ ਛਣ ਰਹੀ ਹੋਵੇ। ਲੰਮੀ ਹਸੀਨ ਨਕਸ਼ਾਂ ਵਾਲੀ ਜਿੰਨੀ ਦੀਆਂ ਨੀਲੀਆਂ ਅੱਖਾਂ ਵਿੱਚ ਚਮਕ ਸੀ। ਉਸ ਦੀਆਂ ਝਿਮਣੀਆਂ ਕੱਕੀਆਂ ਰੇਸ਼ਮੀ ਸਨ। ਉਸ ਦੇ ਸੁਨਹਿਰੇ ਲੰਮੇ ਵਾਲ ਆਵਾਸਾਰ ਵਾਂਗ ਡਿੱਗਦੇ ਸਨ। ਉਹ ਰਾਤ ਨੂੰ ਸੌਣ ਤੋਂ ਪਹਿਲਾਂ 100 ਵਾਰ ਵਾਲਾਂ ਨੂੰ ਬੁਰਸ਼ ਨਾਲ ਵਾਹੁੰਦੀ ਸੀ, ਜਿਸ ਕਰਕੇ ਵਾਲਾਂ ਵਿੱਚ ਇੱਕ ਸੁਨਹਿਰੀ ਭਾਪ ਮਾਰਦੀ ਸੀ। ਉਸ ਦਾ ਚਿਹਰਾ ਨਰਮ ਸੀ। ਇਸ ਵਿੱਚ ਇੱਕ ਅੱਲੜ ਕੰਬਣੀ ਸੀ, ਬਦਲੋਟੀ ਨੂੰ ਜਿਵੇਂ ਕਿਰਨਾਂ ਛੂ ਰਹੀਆਂ ਹੋਣ। ਉਸ ਦੀ ਮੁਸਕਰਾਹਟ ਜਿਵੇਂ ਧੁੱਪ ਵਿੱਚ ਦੁੱਧ ਡੁੱਲਿਆ ਹੋਵੇ।
ਉਹ ਨਾ ਸਿਗਰਟ ਪੀਂਦੀ ਸੀ ਨਾ ਸ਼ਰਾਬ। ਉਸਨੇ ਕਿਸੇ ਨਸ਼ੇ ਵਾਲੀ ਚੀਜ਼ ਦਾ ਨਾਂ ਵੀ ਨਹੀਂ ਸੀ ਸੁਣਿਆ। ਗਾਂਜਾ, ਸੁਲਫਾ ਜਾਂ ਚਰਸ ਜਿਹੇ ਸ਼ਬਦ ਉਸ ਨੂੰ ਨਹੀਂ ਸੀ ਪਤਾ। ਉਸ ਦੀ ਫੈਮਿਲੀ ਵਿੱਚ ਮੁੱਢਲੇ ਅੰਗਰੇਜ਼ ਵਸਨੀਕਾਂ ਦੀ ਕੱਟੜਤਾ ਦੀ ਲਕੀਰ ਸੀ। ਮੈਂ ਉਸ ਨੂੰ ਆਪਣੀਆਂ ਦੋਸਤ ਕੁੜੀਆਂ ਬਾਰੇ ਦੱਸ ਦਿੱਤਾ ਤੇ ਆਖਿਆ ਉਹ 3 ਮਹੀਨੇ ਉਡੀਕੇ ਤਾਂ ਜੋ ਮੈਂ ਇਹਨਾਂ ਸਾਰਿਆਂ ਤੋਂ ਮੁਕਤ ਹੋ ਸਕਾਂ। ਇਹਨਾਂ ਸਾਰੇ ਆਸ਼ਕੀ ਸੌਦਿਆਂ ਨੂੰ ਕੱਟਣਾ ਚਾਹੁੰਦਾ ਸਾਂ ਤਾਂ ਜੋ ਪੁਰਾਣੇ ਲੈਣ ਦੇਣ ਮੁਕਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਾਂ। ਹੌਲੀ ਹੌਲੀ ਮੈਂ ਸਭ ਕੁੜੀਆਂ ਤੋਂ ਨਾਤਾ ਤੋੜ ਲਿਆ। ਮਾਰਸ਼ਾ ਨੂੰ ਸਖਤ ਸਦਮਾ ਪਹੁੰਚਿਆ। ਉਸ ਨੇ ਖੁਦਕੁਸ਼ੀ ਕਰਨੀ ਚਾਹੀ। ਉਸ ਦੇ ਮਾਤਾ ਪਿਤਾ ਉਸ ਨੂੰ ਕੁਝ ਦਿਨਾਂ ਵਾਸਤੇ ਇੱਕ ਟਾਪੂ 'ਤੇ ਲੈ ਗਏ ਤਾਂ ਕਿ ਉਸ ਦਾ ਦਿਲ ਬਹਿਲ ਸਕੇ। ਮੈਨੂੰ ਉਸਨੇ ਉੱਥੋਂ ਟੈਲੀਫੋਨ ਕੀਤੇ। ਰੋ ਰੋ ਕੇ ਮੇਰੇ ਹਾੜੇ ਕੱਢੇ। ਪਤਾ ਨਹੀਂ ਮੈਂ ਕਿਉਂ ਇੰਨਾ ਸਖਤ ਦਿਲ ਹੋ ਗਿਆ। ਮੈਂ ਉਹ ਆਖਿਆ ਕਿ ਉਹ ਮੈਥੋਂ ਕੋਈ ਆਸ ਨਾ ਰੱਖੇ। ਉਸੇ ਰਾਤ ਮਾਰਸ਼ਾ ਆਪਣੀ ਝੁੱਗੀ ਵਿੱਚੋਂ ਨਿਕਲੀ ਤੇ ਸਮੁੰਦਰ ਦੇ ਕੰਢੇ ਤੁਰਦੀ ਤੁਰਦੀ, ਜਿੱਥੇ ਕਾਲੀਆਂ ਲਹਿਰਾਂ ਉਛਲ ਕੇ ਅੱਗੇ ਵਧ ਰਹੀਆਂ ਸਨ। ਅੱਧੇ ਘੰਟੇ ਪਿੱਛੋਂ ਮੈਨੂੰ ਫੇਰ ਟੈਲੀਫੋਨ ਆਇਆ ਉਸ ਦੀ ਮਾਂ ਦਾ। ਉਸ ਨੇ ਮੈਨੂੰ ਗਾਲਾਂ ਕੱਢਦੀ ਹੋਈ ਨੇ ਧਮਕੀ ਦਿੱਤੀ ਤੇ ਕਿ ਜੇ ਉਸ ਦੀ ਕੁੜੀ ਨੂੰ ਕੁਝ ਹੋ ਗਿਆ ਤਾਂ ਇਸ ਦਾ ਜ਼ਿੰਮੇਵਾਰ ਮੈਂ ਹੋਵਾਂਗਾ। ਮਾਰਸ਼ਾ ਵਾਪਸ ਨਾ ਆਈ। ਉਸ ਦਾ ਬਾਪ 2 ਪਹਿਰੇਦਾਰਾਂ ਨੂੰ ਲੈ ਕੇ ਉਸ ਦੀ ਤਲਾਸ਼ ਵਿੱਚ ਨਿਕਲਿਆ। ਉਹਨਾਂ ਦੇ ਹੱਥ ਵਿੱਚ ਦੂਰ ਤੀਕ ਮਾਰ ਕਰਨ ਵਾਲੀਆਂ ਟਾਰਚਾਂ ਸਨ। ਉਹਨਾਂ ਨੇ ਦੇਖਿਆ ਮਾਰਸ਼ਾ ਗੋਡਿਆਂ ਤੱਕ ਪਾਣੀ ਵਿੱਚ ਤੁਰੀ ਜਾ ਰਹੀ ਸੀ। ਉਹਨਾਂ ਨੇ ਉਸ ਨੂੰ ਬਚਾ ਲਿਆ। ਜਿੰਨੀ ਨਾਲ ਮੇਰੀ ਸ਼ਾਦੀ ਹੋਈ, ਇਸ ਦੀ ਰਸਮ ਗ੍ਰੀਨ ਲੇਕ ਦੇ ਕੰਢੇ ਇੱਕ ਮੈਜਿਸਟ੍ਰੇਟ ਦੀ ਕੋਠੀ ਵਿੱਚ ਹੋਈ। ਉਸ ਨੇ ਤਿੱਲੇ ਵਾਲੀ ਬਨਾਰਸੀ ਸਾੜੀ ਪਹਿਨੀ ਹੋਈ ਸੀ, ਅੱਖਾਂ ਵਿੱਚ ਕੱਜਲ, ਮੱਥੇ ਉੱਤੇ ਲਾਲ ਬਿੰਦੀ ਤੇ ਭਵਾਂ ਉੱਤੇ ਦੋਹੀਂ ਪਾਸੀ ਚੰਦਨ ਦੀਆਂ ਟਿੱਕੀਆਂ। ਮੈਂ ਉਸ ਦੇ ਮਾਤਾ ਪਿਤਾ ਨੂੰ ਪਹਿਲੀ ਵਾਰ ਮਿਲਿਆ। ਸ਼ਾਦੀ ਦੀ ਰਸਮ ਉੱਤੇ ਥੀਏਟਰ ਦੇ 9 ਹੋਰ ਕਲਾਕਾਰ ਮੁੰਡੇ ਕੁੜੀਆਂ ਆਏ ਸਨ। ਮੈਜਿਸਟ੍ਰੇਟ ਨੇ ਸ਼ਾਦੀ ਦੀ ਕਸਮ ਖਵਾਉਂਦੇ ਹੋਏ ਸਾਨੂੰ ਆਖਿਆ, ਅਸੀਂ ਉਸ ਦੇ ਸ਼ਬਦਾਂ ਨੂੰ ਦੁਹਰਾਈਏ। ਅਸੀਂ ਦੋਹਾਂ ਨੇ ਗੰਭੀਰ ਸ਼ਬਦ ਦੁਹਰਾਏ। ਅਸੀਂ ਇਕੱਠੇ ਰਹਿਣ ਦਾ ਪ੍ਰਣ ਕਰਦੇ ਹਾਂ। ਸਿਰਫ ਮੌਤ ਹੀ ਸਾਨੂੰ ਜੁਦਾ ਕਰ ਸਕਦੀ ਹੈ। ਮੈਂ ਜੇਬ ਵਿੱਚੋਂ ਸੋਨੇ ਦੀ ਮੁੰਦਰੀ ਕੱਢੀ ਤੇ ਉਸ ਦੇ ਖੱਬੇ ਹੱਥ ਦੀ ਦੂਜੀ ਉਂਗਲ ਵਿੱਚ ਪਾ ਦਿੱਤੀ। ਉਸ ਨੇ ਆਪਣਾ ਚਿਹਰਾ ਮੇਰੇ ਨੇੜੇ ਕੀਤਾ ਤੇ ਮੈਂ ਸ਼ਾਦੀ ਦੀ ਸ਼ਗਨਾਂ ਭਰੀ ਚੁੰਮਣ ਉਸ ਨੂੰ ਦੇਵਾਂ। ਮੈਨੂੰ ਇਸ ਰਸਮ ਦਾ ਨਹੀਂ ਸੀ ਪਤਾ। ਉਸ ਦੀਆਂ ਸਹੇਲੀਆਂ ਨੇ ਪੋਲੇ ਜਿਹੇ ਕਿਹਾ, ਹੁਣ ਚੁੰਮਣ, ਤੇ ਮੈਂ ਉਸ ਦੇ ਹੋਠਾਂ ਨੂੰ ਚੁੰਮਣ ਦਿੱਤਾ ਤੇ ਸ਼ਾਦੀ ਦੀ ਮੋਹਰ ਲਾਈ। ਜਿੰਨੀ ਸੁੰਗੜ ਸੀ ਤੇ ਕਿਫਾਇਤ ਕਰਨ ਵਾਲੀ, ਉਹ ਮਹਿੰਗੇ ਕੱਪੜੇ ਖਰੀਦਣ ਜਾਂ ਮਹਿੰਗੇ ਰੈਸਟੋਰੈਂਟਾਂ 'ਚ ਖਾਣਾ ਖਾਣ ਤੋਂ ਸੰਕੋਚ ਕਰਦੀ ਸੀ। ਉਸ ਨੇ ਉਹਨਾਂ ਖਾਣਿਆਂ ਦੇ ਨਾਂ ਨੋਟ ਕਰ ਲਏ ਤੇ ਉਹਨਾਂ ਨੂੰ ਬਣਾਉਣ ਦੀ ਜਾਂਚ ਸਿੱਖ ਲਈ ਜੋ ਮੈਨੂੰ ਪਸੰਦ ਸਨ। ਚੀਨੀ ਖਾਣਿਆਂ ਵਿੱਚੋਂ ਮੈਨੂੰ ਖੱਟੇ ਮਿੱਠੇ ਕੇਕੜੇ ਬਹੁਤ ਪਸੰਦ ਸਨ। ਉਸ ਨੇ ਇਹ ਵੀ ਨੋਟ ਕਰ ਲਿਆ ਮੈਂ 2 ਸਾਲਾਂ ਵਿੱਚ ਸਿਰਫ $300 ਬਚਾ ਸਕਿਆ ਸਾਂ। ਹੁਣ ਜਿੰਨੀ ਵੀ ਮਿਹਨਤ ਕਰਨ ਲੱਗੀ, ਉਸ ਨੇ ਇੱਕ ਹਸਪਤਾਲ ਵਿੱਚ ਮੁਰਦਿਆਂ ਦੀਆਂ ਲਿਸਟਾਂ ਤਿਆਰ ਕਰਨ ਦਾ ਕੰਮ ਕਰ ਲਿਆ, ਕਿਉਂਕਿ ਇਹ ਨਾ ਖੁਸ਼ਗਵਾਰ ਕੰਮ ਦਾ ਰੇਟ ਚੋਖਾ ਸੀ। ਅਮਰੀਕਾ ਵਿੱਚ ਜੇ ਤੁਸੀਂ ਕਿਸੇ ਥੀਏਟਰ ਵਿੱਚ ਟਾਈਪਿਸਟ ਦਾ ਕੰਮ ਕਰੋ ਤਾਂ ਮਿਹਨਤ $2 ਪ੍ਰਤੀ ਘੰਟਾ, ਜੇ ਕਿਸੇ ਵਪਾਰ ਘਰ ਜਾਂ ਬੈਂਕ ਵਿੱਚ ਟਾਈਪ ਕਰੋ ਤਾਂ $3 ਪ੍ਰਤੀ ਘੰਟਾ, ਜੇ ਮੁਰਦਿਆਂ ਦੀਆਂ ਲਿਸਟਾਂ ਤਾਂ $4 ਪ੍ਰਤੀ ਘੰਟਾ। ਅਸੀਂ 6 ਮਹੀਨੇ ਵਿੱਚ $8000 ਬਚਾ ਲਿਆ। ਜਿੰਨੀ ਵੱਡੇ ਫੈਸਲੇ ਮੇਰੇ ਉੱਤੇ ਛੱਡ ਦਿੰਦੀ, ਪਰ ਨਿੱਕੀਆਂ ਗੱਲਾਂ ਵਿੱਚ ਸਾਡੇ ਸੁਭਾਅ ਕਈ ਵਾਰ ਟਕਰਾ ਜਾਂਦੇ ਤੇ ਨਿੱਕਾ ਨਿੱਕਾ ਮਤਭੇਦ ਹੋ ਜਾਂਦਾ। ਸ਼ਾਦੀ ਦੀ ਅੰਗੂਠੀ ਖਰੀਦਣ ਲੱਗਿਆ ਮੈਂ ਇਸ ਗੱਲ ਉੱਤੇ ਜ਼ੋਰ ਦਿੰਦਾ ਸਾਂ ਕਿ ਉਹ ਵੱਡੇ ਨਗ ਵਾਲੀ ਅੰਗੂਠੀ ਲਵੇ, ਵੱਡਾ ਨਗੀਨਾ, ਪਰ ਉਸ ਨੇ ਇੱਕ ਨਿੱਕਾ ਜਿਹਾ ਪੁਖਰਾਜ ਚੁਣਿਆ। ਉਸ ਨੂੰ ਸੋਨੇ ਦੀ ਬਰੀਕ ਵਾਲੀਆਂ ਵਾਲੀ ਪਸੰਦ ਸਨ, ਜਾਲੀਦਾਰ ਪਰਦੇ, ਕਰੋਸ਼ੀਏ ਦਾ ਕੰਮ ਤੇ ਬਰੀਕ ਕਢਾਈ। ਉਸ ਨੂੰ ਭੜਕੀਲੀ ਨੁਮਾਇਸ਼ ਪਸੰਦ ਨਹੀਂ ਸੀ। ਇੱਕ ਵਾਰ ਅਸੀਂ 3rd ਐਵੀਨਿਊ
वो ਮਾਰਸ ਦੇ ਵੱਡੇ ਸਟੋਰ ਤੇ ਪੁੱਲ ਓਵਰ ਖਰੀਦਣ ਗਏ। ਵੱਡੀ ਕਲੀਅਰੈਂਸ ਸੇਲ ਲੱਗੀ ਹੋਈ ਸੀ। ਮੇਜ਼ਾਂ ਉੱਤੇ ਸਵੈਟਰਾਂ ਤੇ ਪੁੱਲ ਓਵਰਾਂ ਦੇ ਢੇਰ ਲੱਗੇ ਹੋਏ ਸਨ। ਤੀਵੀਆਂ ਇਹਨਾਂ 19 ਰੂੜੀਆਂ ਨੂੰ ਫਰੋਲ ਰਹੀਆਂ ਸਨ। ਉਹ ਚੱਕ ਕੇ ਸਵੈਟਰਾਂ ਨੂੰ ਟਰਾਈ ਕਰ ਰਹੀਆਂ ਸਨ, ਸੁੱਟ ਰਹੀਆਂ ਸਨ, ਖਿੱਚ ਰਹੀਆਂ ਸਨ ਤੇ ਮਾਲ ਨੂੰ ਉਥਲ-ਪੁਥਲ ਕਰ ਰਹੀਆਂ ਸਨ। ਜਿੰਨੀ ਆਪਣੇ ਲਈ ਕਿਸੇ ਨਰਮ ਰੰਗ ਦਾ ਪੁੱਲ ਓਵਰ ਚੁਣ ਰਹੀ ਸੀ, ਬਦਾਮੀ ਭੂਰਾ, ਹਲਕਾ ਸਲੇਟੀ ਜਾਂ ਹਵਾ ਪਿਆਜੀ। ਮੈਂ ਇੱਕ ਸਵੈਟਰ ਦੀ ਲੰਮੀ ਚਿਤਕਬਰੀ ਬਾਂਹ ਦੇਖੀ, ਇਸ ਨੂੰ ਖਿੱਚ ਲਿਆ। ਇਹ ਦੂਰੀ ਬੁਣਤੀ ਦੇ ਹੱਥ ਦਾ ਬਣਿਆ ਫੁੱਲੀਆਂ ਬਾਹਾਂ ਵਾਲਾ ਵੱਡਾ ਪੁੱਲ ਓਵਰ ਸੀ। ਇਸ ਪੁੱਲ ਓਵਰ ਦੀ ਚਿੱਟੀ ਉੱਨ ਤੇ ਉੱਤੇ ਮੋਟੀਆਂ ਕਾਲੀਆਂ ਧਾਰੀਆਂ ਸਨ ਜੋ ਗਰਦਨ ਤੋਂ ਹੇਠਾਂ ਤੱਕ ਜਾਂਦੀਆਂ ਸਨ। ਮੇਰੇ ਜਿੱਦ ਕਰਨ ਉੱਤੇ ਉਸ ਨੇ ਇਹ ਪੁੱਲ ਓਵਰ ਟਰਾਈ ਕੀਤਾ। ਭਾਰੀ ਖੁੱਲੀ ਦੂਰੀ ਬੰਤੀ ਵਾਲੇ ਪੁੱਲ ਓਵਰ ਨੇ ਜਿੰਨੀ ਦੇ ਸ਼ਮਕ ਵਰਗੇ ਜਿਸਮ ਉੱਤੇ ਇੱਕ ਸ਼ਹਿਜ਼ਾਦੀ ਦਾ ਹੁਸਨ ਉਜਾਗਰ ਕਰ ਦਿੱਤਾ। ਇੱਕ ਮਾਡਰਨ ਸਟਾਈਲ, ਇੱਕ ਲਾਪਰਵਾਹ ਅਮੀਰੀ। ਉਸ ਨੇ ਸ਼ੀਸ਼ੇ ਵਿੱਚ ਦੇਖਿਆ। ਕਾਲੀਆਂ 19 ਧਾਰੀਆਂ ਉਸ ਦੇ ਜਿਸਮ ਉੱਤੇ ਫੱਬ ਰਹੀਆਂ ਸਨ, ਪਰ ਉਹ ਬੋਲੀ, ਮੈਂ ਬਿਲਕੁਲ ਜੈਬਰੇ ਵਾਂਗ ਲੱਗਦੀ ਹਾਂ। ਮੈਨੂੰ ਨਹੀਂ ਪਸੰਦ ਇਹ ਜੈਬਰਾ। ਮੈਂ ਕਾਊਂਟਰ ਉੱਤੇ ਗਿਆ ਤੇ ਸੇਲਸ ਗਰਲ ਤੋਂ ਇਸ ਦੀ ਕੀਮਤ ਪੁੱਛੀ, ਕਿਉਂਕਿ ਇਸ ਦੀ ਕੀਮਤ ਚਿੱਟ ਲੱਥੀ ਹੋਈ ਸੀ। ਉਹ ਬੋਲੀ, ਅਸਲੀ ਕੀਮਤ $32, ਦੜਾ ਕੀਮਤ $9। ਮੈਂ ਆਖਿਆ, ਠੀਕ, ਮੈਂ ਖਰੀਦਾਂਗਾ। ਉਹ ਬੋਲੀ, ਤੁਹਾਡੀ ਅੱਖ ਬਹੁਤ ਪਾਰਖੂ ਹੈ। ਇਹ ਪੁੱਲ ਓਵਰ ਤੁਹਾਡੀ ਸੁਨਹਿਰੀ ਵਾਲਾਂ ਵਾਲੀ ਕੁੜੀ ਉੱਤੇ ਖੂਬ ਫੱਬਦਾ ਹੈ। ਉਸ ਦੀ ਇਹ ਗੱਲ ਸ਼ਾਇਦ ਮਾਲ ਵੇਚਣ ਦੀ ਚਾਲ ਹੋਵੇ, ਪਰ ਮੈਂ ਉਸ ਦੇ ਸ਼ਬਦਾਂ ਨੂੰ ਸੱਚ ਕਰਕੇ ਜਾਣਿਆ। ਮੈਂ ਇਸ ਜੈਬਰਾ ਪੁੱਲ ਓਵਰ ਨੂੰ ਖਰੀਦ ਲਿਆ ਤੇ ਨਾਲ ਹੀ 2 ਹਲਕੇ ਰੰਗਾਂ ਦੇ ਸਵੈਟਰ। ਜਦੋਂ ਜਿੰਨੀ ਵੱਲ ਮੁੜਿਆ ਤਾਂ ਦੇਖਿਆ 2 ਔਰਤਾਂ ਉਸ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੀਆਂ ਸਨ, ਚਾਹੁੰਦੀਆਂ ਸਨ ਕਿ ਉਸ ਦੇ ਪਾਏ ਹੋਏ ਪੁੱਲ ਓਵਰ ਨੂੰ ਖਰੀਦ ਲੈਣ। ਜਿੰਨੀ ਨੂੰ ਹੁਣ ਪੁੱਲ ਓਵਰ ਪਸੰਦ ਆ ਗਿਆ। ਇਸ ਦੀ ਕੀਮਤ ਸੁਣ ਕੇ ਖੁਸ਼ੀ ਨਾਲ ਚੀਕ ਉੱਠੀ, ਇੰਨਾ ਸਸਤਾ। ਜਿੰਨੀ ਹਮੇਸ਼ਾ ਭਾਰਤ ਦੇ ਸੁਪਨੇ ਲੈਂਦੀ। ਬਚਪਨ ਵਿੱਚ ਹੀ ਉਸ ਨੂੰ ਚਿੱਟੀ ਚਮੜੀ ਤੋਂ ਚਿੜ ਸੀ, ਗਾਚਨੀ ਵਰਗੀ ਪੀਲੀ ਚਮੜੀ ਤੋਂ। ਉਸ ਨੂੰ ਭੂਰੀ ਚਮੜੀ ਤੇ ਤਾਂਬੇ ਰੰਗੇ ਚਿਹਰੇ ਬਹੁਤ ਪਸੰਦ ਸਨ। ਸਭ ਤੋਂ ਵੱਧ ਪਸੰਦ ਸੀ ਕਣਕ ਭਿੰਨਾ ਰੰਗ, ਜੋ ਉਸਨੇ ਭਾਰਤ ਦੇ ਕਲਾ ਸੰਬੰਧੀ ਰਸਾਲਿਆਂ ਵਿੱਚ ਦੇਖਿਆ ਸੀ। ਉਸ ਦੇ ਅਪਾਰਟਮੈਂਟ ਵਿੱਚ ਤਸਵੀਰਾਂ ਸਨ, ਅਜੰਤਾ ਤੇ ਅਲੋਰਾ ਦੀਆਂ, ਭਰਮੀਆਂ ਛਾਤੀਆਂ ਤੇ ਕੱਜਲ ਭਿੰਨੀਆਂ ਅੱਖਾਂ ਵਾਲੀਆਂ ਸੁੰਦਰੀਆਂ ਦੀਆਂ, ਤਾਜ ਮਹਿਲ ਦੀਆਂ, ਕੁਤਬ ਮੀਨਾਰ ਦੀਆਂ। ਉਸ ਦੀ ਐਲਬਮ ਭਾਰਤੀ ਕਲਾਕਾਰਾਂ ਤੇ ਨਰਤਕੀਆਂ ਦੀਆਂ ਤਸਵੀਰਾਂ ਨਾਲ ਭਰੀ ਹੋਈ ਸੀ। ਮੈਂ ਉਸ ਨੂੰ ਆਖਿਆ ਕਿ ਮੇਰੀ ਅਮੀਰੀ ਦਾ ਇਸ ਗੱਲ ਤੋਂ ਅੰਦਾਜ਼ਾ ਨਾ ਲਾਵੇ ਕਿ ਮੈਂ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜ੍ਹਾਉਣ ਦਾ ਪ੍ਰੋਫੈਸਰ ਹਾਂ। ਆਪਣੇ ਦੇਸ਼ ਵਿੱਚ ਮੈਂ ਸਿਰਫ ਪੰਜਾਬੀ ਦਾ ਲੇਖਕ ਹਾਂ। ਹਮੇਸ਼ਾ ਰੁਪਏ ਦੀ ਤੋਟ। ਉਸ ਨੂੰ ਖੁਦ ਰੋਟੀ ਪਕਾਉਣੀ ਪਵੇਗੀ ਅਤੇ ਕੰਮ ਕਰਨਾ ਪਵੇਗਾ। ਜ਼ਿੰਦਗੀ ਬੜੀ ਔਖੀ ਹੋਵੇਗੀ। ਉਸ ਨੇ ਆਖਿਆ, ਉਸ ਨੂੰ ਅਮਰੀਕਾ ਦੀ ਤੇਜ਼ ਦੌੜ ਭੱਜ ਪਸੰਦ ਨਹੀਂ। ਕਾਰੋਬਾਰੀ ਜ਼ਿੰਦਗੀ, ਕਤਲ, ਝਗੜੇ, ਖੁਦਗਰਜੀ, ਬਿਲਕੁਲ ਵਹਿਸ਼ੀ ਤੇ ਬੇਕਿਰਕ ਸਮਾਜ। ਉਹ ਇੱਥੇ ਨਹੀਂ ਰਹੇਗੀ। ਮੇਰੇ ਨਾਲ ਜੇ ਉਹ ਰੇਗਿਸਤਾਨ ਵੀ ਚਲੀ ਜਾਵੇ ਤਾਂ ਜ਼ਿੰਦਗੀ ਖੂਬਸੂਰਤ ਹੋਵੇਗੀ। ਉਸ ਨੇ ਆਦਰਸ਼ਵਾਦੀ ਖਿਆਲਾਂ ਤੋਂ ਮੈਂ ਕੰਬ ਗਿਆ। ਮੈਂ ਉਸ ਨੂੰ ਸਮਝਾਉਣ ਖਾਤਰ ਆਪਣੇ ਮੁਲਕ ਦੀ ਬਦਹਾਲੀ ਨੂੰ ਵਧਾ ਚੜਾ ਕੇ ਪੇਸ਼ ਕੀਤਾ। ਆਖਿਆ, ਭਾਰਤ ਵਿੱਚ ਭੁੱਖ ਹੈ, ਗਰੀਬੀ, ਕਰਪਸ਼ਨ, ਅੰਤਾਂ ਦੀ ਗਰਮੀ। ਪਰ ਇਹਨਾਂ ਗੱਲਾਂ ਨੇ ਉਸ ਦੇ ਇਰਾਦੇ ਨੂੰ ਹੋਰ ਵੀ ਦ੍ਰਿੜ ਕਰ ਦਿੱਤਾ। ਉਹ ਬੋਲੀ, ਮੈਂ ਤੇਰੇ ਨਾਲ ਵਿਆਹ ਕੀਤਾ ਹੈ। ਮੈਂ ਸ਼ਾਦੀ ਦੀ ਰਸਮ ਨੂੰ ਪਵਿੱਤਰ ਸਮਝਦੀ ਹਾਂ। ਮੈਂ ਸਦਾ ਤੇਰੇ ਨਾਲ ਦੁੱਖ ਸੁੱਖ ਵਿੱਚ ਇਕੱਠੇ ਰਹਿਣ ਦੀ ਕਸਮ ਖਾਧੀ ਹੈ। ਮੈਂ ਹੁਣ ਤੇਰੇ ਨਾਲ ਹਾਂ। ਮੈਂ ਅਮਰੀਕਨ ਸਿਟੀਜ਼ਨਸ਼ਿਪ ਛੱਡ ਕੇ ਤੇਰੇ ਦੇਸ਼ ਦੀ ਵਾਸੀ ਬਣ ਜਾਵਾਂਗੀ। ਪਿਛਲੇ ਜਨਮ ਵਿੱਚ ਮੈਂ ਜ਼ਰੂਰ ਹਿੰਦੂ ਹੋਵਾਂਗੀ। ਮੈਂ ਅਹਿੰਸਾ ਨੂੰ ਤੇ ਗਾਂਧੀ ਤੇ ਮਹਾਤਮਾ ਬੁੱਧ ਨੂੰ ਮੰਨਦੀ ਹਾਂ। ਮੈਂ ਤੇਰੇ ਮੁਲਕ ਦੀ ਹੀ ਹਾਂ। ਉਸ ਦੇ ਇੰਨਾ ਸ਼ਰਧਾ ਭਾਵ ਤੋਂ ਪ੍ਰਭਾਵਿਤ ਹੋਇਆ। ਮੈਂ ਉਸ ਨੂੰ ਸੀਨੇ ਨਾਲ ਲਾ ਲਿਆ। ਆਖਿਆ, ਪਿਆਰੀ,
तू सब कुछ मेरी खातर छड्ड रही है, अपने लोग, अपने घर ते अपने देश नूं। पर मैं नहीं चाहुंदा कि तू अपनी आत्मा भी मेरे सुपरद कर देवें। हुण तू भावें प्यार विच आख रही है कि तू अमरीकन सिटीजनशिप छड्ड देवेंगी, पर इस नूं छड्डण नाल यकदम तेरे अंदर एक ख्याल पैदा हो जाएगा, तू शायद पछतावें। फिर तू जदों अमरीका दे कौमी झंडे नूं देखेंगी, तारियां ते धारियां वाले झंडे नूं, तां शायद यकदम तेरे दिल नूं कुछ होवे ते तू रो उठे। तैनूं चाहीदा है अपनी अमेरिकन सिटीजनशिप कायम रखें। मैं चाहुंदा हां तू हमेशा आज़ाद रहें। तू बहुत नरम दिल ते भोली है। तैनूं इस गल दी लोड़ है कि तेरी कोई देखभाल करे। उसने मेरे हत्थ नूं घुट के अपनी छाती नाल ला लिया। तू बहुत समझदार है, तू गल्लां नूं समझदा है, मैं नहीं समझदी। मैं तेरी बहुत शुक्रगुजार हाँ। ਅਸੀਂ घर ਦਾ सारा समान ਸਮੁੰਦਰੀ जहाज़ ਰਾਹੀਂ ਭੇਜ ਦਿੱਤਾ। इन्हां विच ਮਲੱਠੀ रंगा एक ਵੱਡਾ फ्रिज भी सी। ਇਹ महाफ्रिज ਨੂੰ पैक ਕਰਨ ਵਿੱਚ ਵੱਡੇ ਖੋਪੇ ਵਿੱਚ ਜਕੜਨ, ਬੰਨਣ, ਨੂੜਨ, ਇਸ ਨੂੰ ਚੁੱਕਣ, ਧਰਨ, ਲਿਜਾਣ ਵਿੱਚ, ਇਸ ਤੇ ਇੰਸ਼ੋਰੈਂਸ, ਇਸ ਦਾ ਕਿਰਾਇਆ ਤੇ ਏਜੰਟਾਂ ਦੀ ਕਮਿਸ਼ਨ, ਇੰਪੋਰਟ ਡਿਊਟੀ ਤੇ ਹੋਰ ਖਰਚਿਆਂ ਨੇ ਮੈਨੂੰ ਕੰਗਾਲ ਕਰ ਦਿੱਤਾ। ਬੰਬਈ ਪਹੁੰਚਣ ਤੇ ਕਸਟਮ ਵਾਲਿਆਂ ਨੇ ਵੱਡੇ ਦਿਓ ਫਰਿੱਜ ਦੇ ਖੋਪਿਆਂ ਨੂੰ ਤੋੜਿਆ ਤੇ ਇਸ ਦੇ ਦਿਲ ਤੇ ਫੇਫੜਿਆਂ ਨੂੰ ਟੋਇਆ, ਇਸ ਦਾ ਪੂਰਾ ਮੁਆਇਨਾ ਕੀਤਾ। ਇਸ ਨੂੰ ਫਿਰ ਵੱਡੇ ਖੋਪੇ ਵਿੱਚ ਦੁਬਾਰਾ ਬੰਦ ਕੀਤਾ ਗਿਆ ਤੇ ਇਸ ਉੱਤੇ ਫੱਟੀਆਂ ਜੜੀਆਂ ਗਈਆਂ ਤੇ ਏਜੰਟਾਂ ਦੇ ਹਵਾਲੇ ਕਰ ਦਿੱਤਾ ਗਿਆ। ਫਿਰ ਇਸ ਨੂੰ ਬੁੱਕ ਕਰਵਾਉਣ ਤੇ ਇਸ ਦੇ ਭਾੜੇ ਭਰਨ ਦੇ ਚੱਕਰ ਚੱਲਿਆ। ਡਰਦਾ ਸਾਂ, ਪਤਾ ਨਹੀਂ ਇਹ ਫਰਿੱਜ ਦਿੱਲੀ ਪਹੁੰਚੇਗਾ ਕਿ ਨਹੀਂ। ਅਸੀਂ ਬੰਬਈ ਆ ਕੇ ਆਪਣੇ ਪੁਰਾਣੇ ਮਿੱਤਰ ਸਖੀਸ਼ ਪੰਡਿਤ ਕੋਲ ਠਹਿਰੇ। ਸਖੀਸ਼ ਫਿਲਿਪਸ ਕੰਪਨੀ ਦਾ ਵੱਡਾ ਅਫਸਰ ਸੀ। ਮਾਲਵਾਰ ਹਿੱਲ ਉੱਤੇ ਇੱਕ ਖੂਬਸੂਰਤ ਬੰਗਲੇ ਵਿੱਚ ਰਹਿੰਦਾ ਸੀ, ਜਿੰਨੀ ਨੂੰ ਬੰਬਈ ਬਹੁਤ ਪਸੰਦ ਆਇਆ। ਹਰੀਆਂ ਛਤਰੀਆਂ ਵਾਲੇ ਨਾਰੀਅਲ ਦੇ ਦਰਖਤ, ਇੱਥੋਂ ਦੇ ਲੋਕਾਂ ਦੀ ਧੀਮੀ ਚਾਲ, ਚਮਕੀਲੀ ਧੁੱਪ, ਸਮੁੰਦਰ ਜੋ ਸਰਕਸ ਦੇ ਨੀਲੇ ਤੰਬੂ ਵਾਂਗ ਵਿਛਿਆ ਪਿਆ ਸੀ, ਮੈਰੀਨ ਡਰਾਈਵ ਜਿਸ ਵਿੱਚ ਬਿਜਲੀ ਦੀਆਂ ਰੌਸ਼ਨੀਆਂ ਅਰਧ ਘੇਰੇ ਵਿੱਚ ਤਾਰਿਆਂ ਦੀ ਮਾਲਾ ਵਾਂਗ ਚਮਕਦੀਆਂ ਸਨ, ਹਵਾ ਦੇ ਨਮਕੀਨ ਝੋਕੇ, ਮਜ਼ਦੂਰਾਂ ਦੇ ਸਾਵਲੇ ਤੇਲੀਆ ਚਿਹਰੇ ਤੇ ਉਹਨਾਂ ਦੀਆਂ ਮਘਦੀਆਂ ਹੋਈਆਂ ਨਿਰੰਗੀ ਅੱਖਾਂ, ਮਸ਼ੇਰਨਾਂ ਦੀ ਲਚਕੀਲੀ ਚਾਲ, ਨੀਲੇ ਆਕਾਸ਼ ਹੇਠਾਂ ਖਪਰੈਲ ਦੀਆਂ ਝੁੱਗੀਆਂ, ਉੱਚੇ ਝੂਮਦੇ ਦਰਖਤ, ਪਾਣੀ ਦੀਆਂ ਖਾੜੀਆਂ, ਧੂਆਂ ਛੱਡਦੀਆਂ ਚਿਮਣੀਆਂ ਤੇ ਆਕਾਸ਼ ਨਾਲ ਖਹਿੰਦੀਆਂ ਬਿਲਡਿੰਗਾਂ। ਰਜਿੰਦਰ ਸਿੰਘ ਬੇਦੀ ਜੋ ਉਰਦੂ ਦਾ ਮਸ਼ਹੂਰ ਕਹਾਣੀ ਲੇਖਕ ਸੀ ਤੇ ਫਿਲਮਾਂ ਬਣਾਉਣ ਵਾਲਾ ਸੀ, ਦੇ ਪੁੱਤ ਦਾ ਵਿਆਹ ਸੀ। ਉਸਨੇ ਬੰਬਈ ਦੇ ਫੈਸ਼ਨੇਬਲ ਹੋਟਲ ਸਨ ਐਂਡ ਸੈਡ ਵਿੱਚ ਅਪ ਪਾਰਟੀ ਦਿੱਤੀ। ਇਹ ਹੋਟਲ ਜੂਹੂ ਦੇ ਰੇਤਲੇ ਤੱਟ ਉੱਤੇ ਸਮੁੰਦਰ ਦੇ ਕੰਢੇ ਉੱਤੇ ਸੀ। ਇਸ ਪਾਰਟੀ ਵਿੱਚ ਕਈ ਫਿਲਮ ਸਟਾਰ ਤੇ ਫਿਲਮ ਹੀਰੋਇਨਾਂ ਸਨ, ਜਿਨ੍ਹਾਂ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ ਤੇ ਸ਼ਮੀ ਕਪੂਰ ਵੀ ਸ਼ਾਮਲ ਸਨ। ਪਾਰਟੀ ਹੋਟਲ ਦੀ ਛੱਤ ਉੱਤੇ ਸੀ। ਜਦੋਂ ਪੌਦਿਆਂ ਤੇ ਰੋਸ਼ਨੀਆਂ ਨਾਲ ਸਜਾਈ ਗਈ ਸੀ। ਔਰਤਾਂ ਹੀਰਿਆਂ ਨਾਲ ਲੱਦੀਆਂ ਹੋਈਆਂ ਸਨ। ਰੇਸ਼ਮੀ ਸਾੜੀਆਂ ਵਿੱਚ ਲਿਪਟੀਆਂ ਭਾਰੇ ਜੂੜਿਆਂ ਵਾਲੀਆਂ ਅਮੀਰ ਔਰਤਾਂ ਦੀਆਂ ਕੱਛਾਂ ਤੇ ਛਾਤੀਆਂ ਇਤਰ ਫਲੇਲ ਨਾਲ ਤਰੋਕੀਆਂ ਹੋਈਆਂ ਸਨ। ਉਹ ਕੁਰਸੀਆਂ ਉੱਤੇ ਸਜੀਆਂ ਸੰਗਤਰੇ ਦਾ ਰਸ ਪੀ ਰਹੀਆਂ ਸਨ। ਮਰਦ ਵਿਸਕੀ ਦੇ ਗਲਾਸ ਚਾੜ ਰਹੇ ਸਨ। ਸਮੁੰਦਰ ਦੀ ਠੰਡੀ ਹਵਾ ਚੱਲ ਰਹੀ ਸੀ ਤੇ ਤੀਵੀਆਂ ਬੱਤਕਾਂ ਵਾਂਗ ਬੈਠੀਆਂ ਸਨ। ਜਿੰਨੀ ਨੂੰ ਭੁੱਖ ਲੱਗ ਰਹੀ ਸੀ। 8-8 ਪੈਗ ਪੀ ਕੇ ਮਰਦ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਨੱਚਣ ਟੱਪਣ ਤੇ ਖੌਰੂ ਪਾਉਣ ਲੱਗੇ। ਪ੍ਰਿਥਵੀ ਰਾਜ ਕਪੂਰ ਨੇ ਚਿੱਟਾ ਖੱਦਰ ਦਾ ਕੁੜਤਾ ਤੇ ਚੂੜੀਦਾਰ ਪਜਾਮਾ ਪਾਇਆ ਹੋਇਆ ਸੀ। ਉਹ ਆਪਣੇ ਪੁੱਤ ਸ਼ਮੀ ਨੂੰ ਘੂਰ ਰਿਹਾ ਸੀ, ਜੋ ਬਾਪ ਤੋਂ ਅੱਖ ਬਚਾ ਕੇ ਕਈ ਪੈਗ ਆਪਣੇ ਹਲਕ ਹੇਠ ਸੁੱਟ ਚੁੱਕਾ ਸੀ। ਤੀਵੀਆਂ ਬੈਠੀਆਂ ਬੋਰ ਹੋ ਰਹੀਆਂ ਸਨ। ਅੱਧੀ ਰਾਤ ਹੋਣ ਲੱਗੀ ਤਾਂ ਤੀਵੀਆਂ ਇੱਕ ਇੱਕ ਕਰਕੇ ਹੇਠਾਂ ਡਾਈਨਿੰਗ ਰੂਮ ਵਿੱਚ ਡਿਨਰ ਲਈ ਜਾਣ ਲੱਗੀਆਂ। ਬਹੁਤ ਸਾਰੇ ਮਹਿਮਾਨ ਵੀ ਹੇਠਾਂ ਚਲੇ ਗਏ।
ਬੇਦੀ ਫਿਲਮ ਸਟਾਰਾਂ ਦੇ ਇੱਜੜ ਨੂੰ ਹੇਠਾਂ ਹਿੱਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਸ ਆਖਰੀ ਪੈਗ ਕਰਦੇ ਕਰਦੇ ਮਰਦਾਂ ਨੇ ਘੰਟਾ ਹੋਰ ਲਾ ਦਿੱਤਾ ਤੇ ਫੇਰ ਲੜਖੜਾਉਂਦੇ ਹੋਏ ਚੌੜੀਆਂ ਮਖਮਲੀ ਪੌੜੀਆਂ ਤੋਂ ਹੇਠਾਂ ਉਤਰੇ ਤੇ ਡਾਈਨਿੰਗ ਰੂਮ ਵਿੱਚ ਪਹੁੰਚੇ। ਚਿੱਟੀ ਵਰਦੀ ਵਾਲੇ ਬਹਿਰੇ ਭਾਫਾਂ ਛੱਡਦਾ ਸੂਪ, ਤੰਦੂਰੀ ਮੁਰਗੇ, ਮੁਗਲਈ ਬਿਰਿਆਨੀ ਤੇ ਲਾਟਾਂ ਛੱਡਦੇ ਕੋਨੀਅਕ ਵਾਲੇ ਸੀਖ ਕਬਾਬ ਮਹਿਮਾਨਾਂ ਨੂੰ ਪਰੋਸ ਰਹੇ ਸਨ। ਜਿੰਨੀ ਤੇ ਮੈਂ ਪ੍ਰਿਥਵੀ ਰਾਜ ਕਪੂਰ ਨਾਲ ਇੱਕੋ ਮੇਜ਼ ਉੱਤੇ ਬੈਠ ਕੇ ਖਾਣਾ ਖਾਣ ਬੈਠ ਗਏ। 8 ਪ੍ਰਕਾਰ ਦਾ ਖਾਣਾ, ਮੇਜ਼ ਉੱਤੇ 3 ਵੱਡੀਆਂ ਮੋਮਬੱਤੀਆਂ। ਜਿੰਨੀ ਇੱਕ ਵੱਡੀ ਤੰਦੂਰੀ ਮੱਛੀ ਨੂੰ ਕੱਟ ਰਹੀ ਸੀ ਜਦੋਂ ਅਸੀਂ ਉੱਚਾ ਸ਼ੋਰ ਸੁਣਿਆ। ਇਹ ਸ਼ੋਰ ਝੱਟ ਹੀ ਭੜਕਦੀਆਂ ਗੰਦੀਆਂ ਗਾਲਾਂ ਵਿੱਚ ਭੜਕ ਉੱਠਿਆ। ਨਿਕਲ ਬਾਹਰ, ਤੇਰੀ ਮਾਂ ਨੂੰ, ਤੇਰੀ ਭੈਣ ਦਿਆ ਖਸਮ, ਛੱਡ ਦੇ ਮੈਨੂੰ ਦੱਲਿਆ ਮਾਦਰ ਚੋ। ਪ੍ਰਿਥਵੀ ਰਾਜ ਕਪੂਰ ਨੇ ਫੌਰਨ ਖਾਣਾ ਛੱਡ ਦਿੱਤਾ, ਉੱਠਿਆ ਤੇ ਸਿੱਧਾ ਲੜਦੇ ਹੋਏ ਮਹਿਮਾਨਾਂ ਨੂੰ ਛਡਾਉਣ ਗਿਆ। ਮੈਂ ਤੇ ਜਿੰਨੀ ਵੀ ਉਸ ਦੇ ਪਿੱਛੇ ਪਿੱਛੇ ਗਈ। 2 ਹੱਟੇ ਕੱਟੇ ਐਕਟਰ ਰੇਸ਼ਮੀ ਸੂਟ ਪਾਈ ਝੋਟਿਆਂ ਵਾਂਗ ਸਿੰਘ ਅੜਾਈ ਲੜ ਰਹੇ ਸਨ। ਉਹ ਗਾਲਾਂ ਕੱਢਦੇ, ਢੁੱਡਾਂ ਮਾਰਦੇ, ਇੱਕ ਦੂਜੇ ਨੂੰ ਧੂੰਦੇ, ਧੱਕਦੇ, ਖਿੱਚਦੇ, ਫਰਸ਼ ਉੱਤੇ ਤਿਲਕਦੇ ਹੋਏ ਝੱਗਾਂ ਛੱਡ ਰਹੇ ਸਨ। ਕਈ ਲੋਕ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਦੇ ਹੋਏ ਨਾਲ ਹੀ ਖਿੱਚੇ ਤੇ ਧੂਏ ਜਾ ਰਹੇ ਸਨ। ਚੱਕਰਦਾਰ ਗਤੀ ਵਿੱਚ ਉਹਨਾਂ ਦੀਆਂ ਹਰਕਤਾਂ ਇਉਂ ਸਨ ਜਿਵੇਂ ਪਾਗਲ ਚੰਗਿਆੜਾ ਮਾਰਦੇ ਸਕੇਟਿੰਗ ਕਰ ਰਹੇ ਹੋਣ। ਬਹਿਰੇ ਖਾਣੇ ਦੀਆਂ ਟਰੇਆਂ ਚੁੱਕੀ ਧੱਕੇ ਤੇ ਹੁੰਜਾਂ ਖਾ ਰਹੇ ਸਨ। ਲੋਕ ਚੱਕਰ ਚੁੰਡੇ ਵਾਂਗ ਘੁੰਮ ਰਹੇ ਸਨ। ਯਕਦਮ ਫਰਸ਼ ਉੱਤੇ ਮੈਨੂੰ ਤਿਲਕਣ ਜਿਹੀ ਮਹਿਸੂਸ ਹੋਈ। ਇੱਕ ਟਰੇ ਵਿੱਚੋਂ ਮੀਟ ਤੇ ਮੱਛੀ ਡਿੱਗ ਪਏ ਸਨ। ਲੋਕਾਂ ਦੇ ਪੈਰਾਂ ਹੇਠ ਮਿੱਧੇ ਗਏ। ਪ੍ਰਿਥਵੀ ਰਾਜ ਗਰਜਿਆ, ਬੰਦ ਕਰੋ ਇਹ ਬਕਵਾਸ। ਉਹ ਲੋਕਾਂ ਦੀ ਭੀੜ ਨੂੰ ਚੀਰਦਾ ਹੋਇਆ ਅੱਗੇ ਵਧਿਆ ਤੇ ਉਸ ਨੇ ਆਪਣਾ ਵੱਡਾ ਪੰਜਾ ਇੱਕ ਐਕਟਰ ਦੀ ਧੌਣ ਉੱਤੇ ਜਾ ਗੱਡਿਆ। ਉਸ ਨੂੰ ਖਿੱਚ ਕੇ ਦੂਜੇ ਨਾਲੋਂ ਤੋੜਿਆ ਤੇ ਇੱਕ ਪਾਸੇ ਪਟਕ ਦਿੱਤਾ। ਇੱਕਦਮ ਖਾਮੋਸ਼ੀ ਛਾ ਗਈ। ਦੋਵੇਂ ਐਕਟਰ ਹਫੇ ਹੋਏ ਸੰਢਿਆਂ ਵਾਂਗ ਸਨ। ਉਹਨਾਂ ਦੀਆਂ ਜੀਭਾਂ ਨਿਕਲੀਆਂ ਹੋਈਆਂ ਸਨ ਤੇ ਅੱਖਾਂ ਪਾਟੀਆਂ ਹੋਈਆਂ। ਜਿੰਨੀ ਇਸ ਵਹਿਸ਼ੀ ਲੜਾਈ ਤੋਂ ਡਰ ਗਈ, ਉਸ ਦੇ ਪੈਰਾਂ ਹੇਠ ਮਿੱਧੀ ਹੋਈ ਮੱਛੀ ਤੇ ਬਿਰਿਆਨੀ ਗੋਹੇ ਵਰਗੇ ਹੋ ਗਏ ਸਨ। ਇੱਕ ਗੰਦੀ ਪੀਲੀ ਲਿਜਲੀਜੀ ਰਾਵ ਉਸ ਦਾ ਜੀ ਕਚਰਾਉਣ ਲੱਗਾ ਤੇ ਮੈਂ ਉਸ ਨੂੰ ਦੂਜੇ ਹਾਲ ਵਿੱਚ ਲੈ ਗਿਆ। ਉਹ ਸਿਚਕਦੀ ਹੋਈ ਬੋਲੀ, ਮੈਂ ਖਾਣਾ ਨਹੀਂ ਖਾ ਸਕਦੀ। ਉਹਨਾਂ ਜਾਨਵਰਾਂ ਨੇ ਖਾਣੇ ਨੂੰ ਮਿੱਧ ਕੇ ਗਾਰਾ ਬਣਾ ਦਿੱਤਾ, ਜਿਵੇਂ ਕਿਸੇ ਨੇ ਉਲਟੀ ਕਰ ਦਿੱਤੀ ਹੋਵੇ। ਮੈਂ ਖਾਣਾ ਨਹੀਂ ਖਾ ਸਕਦੀ। ਬੇਦੀ ਦੌੜ ਕੇ ਮਹਿਮਾਨਾਂ ਨੂੰ ਫੜ ਰਿਹਾ ਸੀ, ਮਿਹਨਤਾਂ ਕਰ ਰਿਹਾ ਸੀ ਕਿ ਉਹ ਖਾਣਾ ਖਾਣ। ਕੁਝ ਲੋਕਾਂ ਨੇ ਬੇਹੱਦ ਪੀਤੀ ਹੋਈ ਸੀ। ਉਹ ਲੜਖੜਾ ਰਹੇ ਸਨ। ਉਹ ਖਾਣ ਲੱਗੇ। ਉਹ ਝੂਮਦੇ ਹੋਏ ਮੀਟ ਨਾਲ ਲਿਬੜੀਆਂ ਉਂਗਲਾਂ ਨੂੰ ਚੱਟ ਰਹੇ ਸਨ ਤੇ ਬਿਰਿਆਨੀ ਤੇ ਮੱਛੀ ਤੇ ਮੀਟ ਨਿਗਲ ਰਹੇ ਸਨ। ਉਹਨਾਂ ਦੇ ਰੇਸ਼ਮੀ ਸੂਟਾਂ ਤੇ ਕੀਮਤੀ ਨਿਕਟਾਈਆਂ ਉੱਤੇ ਮੀਟ ਦੇ ਛਿੱਟੇ ਪਈ ਜਾ ਰਹੇ ਸਨ। ਪ੍ਰਿਥਵੀ ਰਾਜ ਨੇ ਸਾਨੂੰ ਜੂਹੂ ਵਾਲੀ ਕੋਠੀ ਵਿੱਚ ਲੰਚ ਲਈ ਬੁਲਾਇਆ। ਉਸ ਨੂੰ ਪਤਾ ਸੀ ਕਿ ਜਿੰਨੀ ਨੂੰ ਮੱਛੀ ਬੇਹੱਦ ਪਸੰਦ ਹੈ, ਇਸ ਲਈ ਉਸ ਨੇ ਪਾਫਰੇ ਮੱਛੀ ਦਾ ਪ੍ਰਬੰਧ ਕੀਤਾ। ਅਸੀਂ ਨਾਰੀਅਲ ਦੇ ਦਰਖਤਾਂ ਹੇਠਾਂ ਬੈਠੇ ਸਨ। ਲੰਚ 4 ਵਜੇ ਤੱਕ ਚੱਲਦਾ ਰਿਹਾ। ਪ੍ਰਿਥਵੀ ਰਾਜ ਆਪਣੇ ਪਹਿਲੇ ਦਿਨਾਂ ਦੀ ਜੱਦੋ-ਜਹਿਦ ਦੀਆਂ ਕਹਾਣੀਆਂ ਸੁਣਾਉਂਦਾ ਰਿਹਾ। ਉਸ ਨੇ ਆਪਣੀਆਂ ਫਿਲਮਾਂ ਬਾਰੇ ਗੱਲਾਂ ਕੀਤੀਆਂ, ਆਪਣੇ ਤਿੰਨੇ ਪੁੱਤਾਂ ਬਾਰੇ ਜੋ ਇੱਕ-ਇੱਕ ਕਰਕੇ ਫਿਲਮ ਸਟਾਰ ਬਣ ਗਏ ਸਨ, ਤੇ ਰਾਜ ਕਪੂਰ ਬਾਰੇ ਜੋ ਫਿਲਮੀ ਦੁਨੀਆ ਦਾ ਬਾਦਸ਼ਾਹ ਸੀ। ਕਿਸ ਤਰ੍ਹਾਂ ਪ੍ਰਿਥਵੀ ਰਾਜ ਨੇ ਉਸ ਨੂੰ ਥੀਏਟਰ ਵਿੱਚ ਟ੍ਰੇਨਿੰਗ ਦਿੱਤੀ, ਕਈ ਵਾਰ ਉਸ ਦੇ ਕੰਨ ਖਿੱਚੇ ਤੇ ਹਮੇਸ਼ਾ ਉਸ ਨੂੰ ਬੱਚਿਆਂ ਵਾਂਗ ਲਾਡ ਨਾਲ ਰਾਜੂ ਆਖ ਕੇ ਬੁਲਾਇਆ। ਕਿਸ ਤਰ੍ਹਾਂ ਤਿੰਨੇ ਪੁੱਤਰ ਉਸ ਦੇ ਪੈਰਾਂ ਨੂੰ ਹੱਥ ਲਾ ਕੇ ਪ੍ਰਣਾਮ ਕਰਦੇ ਸਨ, ਕਿਉਂਕਿ ਉਹ ਖੁਦ ਪਿਤਾ ਦੇ ਪੈਰਾਂ ਨੂੰ ਹੱਥ ਲਾ ਕੇ ਉਸ ਦੀ ਆਸ਼ੀਰਵਾਦ ਲੈ ਕੇ ਐਕਟ ਕਰਨ ਲਈ ਆਉਂਦਾ ਸੀ। ਪ੍ਰਿਥਵੀ ਰਾਜ ਨੇ 1944 ਵਿੱਚ ਉਸ ਵੇਲੇ ਫਿਲਮੀ ਦੁਨੀਆ ਛੱਡੀ ਸੀ, ਜਦੋਂ ਉਹ ਵੱਡਾ ਫਿਲਮ ਸਟਾਰ ਸੀ। ਉਸ ਨੇ ਆਪਣੀ ਸਾਰੀ ਕਮਾਈ ਹਿੰਦੀ ਥੀਏਟਰ ਦੀ ਉੱਨਤੀ ਲਈ ਲਾ ਦਿੱਤੀ। ਆਪਣੇ ਥੀਏਟਰ ਦਾ ਨਾਂ
ਆਪਣੇ ਥੀਏਟਰ ਦਾ ਉਸ ਨੇ ਨਾਂ ਰੱਖਿਆ ਪ੍ਰਿਥਵੀ ਥੀਏਟਰ। 16 ਸਾਲ ਇਹ ਥੀਏਟਰ ਚੱਲਦਾ ਰਿਹਾ। ਉਸ ਨੇ 8 ਨਾਟਕ ਖੇਡੇ ਜੋ ਸਾਡੇ ਜੀਵਨ ਦੀਆਂ ਮਹਾਨ ਝਾਕੀਆਂ ਸਨ। ਸਮਾਜਿਕ ਅਤੇ ਰਾਜਨੀਤਿਕ ਸੰਘਰਸ਼ਾਂ ਦੇ ਪ੍ਰਦਰਸ਼ਨ। ਉਸ ਦੇ ਥੀਏਟਰ ਵਿੱਚ ਵੱਡੇ ਨਾਟਕ, ਵੱਡੇ ਪਸਾਰ ਵਾਲੇ ਸੀਨ, ਰੀਤਾਂ, ਰਸਮਾਂ ਤੇ ਬਹੁਪੱਖੇ ਜੀਵਨ ਦੀਆਂ ਝਾਕੀਆਂ ਹੁੰਦੀਆਂ ਸਨ। ਉਸ ਨੇ ਆਪਣੇ 90 ਐਕਟਰਾਂ ਤੇ ਐਕਟਰਸਾਂ ਦੇ ਬੇਸ਼ੁਮਾਰ ਸੀਨਰੀ ਨਾਲ ਭਾਰਤ ਦੇ ਦੂਰ ਦਰਾਕ ਦੇ ਇਲਾਕਿਆਂ ਵਿੱਚ ਜਾ ਕੇ ਨਾਟਕ ਖੇਡੇ। ਇਨ੍ਹਾਂ ਵਿੱਚੋਂ ਦੀਵਾਰ ਤੇ ਪਠਾਨ ਖਾਸ ਤੌਰ ਉੱਤੇ ਪ੍ਰਸਿੱਧ ਸਨ। ਇਨ੍ਹਾਂ ਵਿੱਚ ਉਸਨੇ ਖੁਦ ਹੀਰੋ ਦਾ ਪਾਰਟ ਕੀਤਾ। ਇਹ ਨਾਟਕ ਉਸ ਦੇ ਨਾਟ ਭੰਡਾਰ ਦਾ ਜ਼ਰੂਰੀ ਅੰਗ ਸਨ। ਲਗਾਤਾਰ ਨਾਟਕ ਖੇਡਦੇ, ਸਫ਼ਰ ਕਰਦੇ ਤੇ ਸਖਤ ਮਿਹਨਤ ਕਰਦੇ ਉਸ ਨੇ ਆਪਣੀ ਸਿਹਤ ਗਾਲ ਲਈ ਸੀ। ਸਿਰ ਉੱਤੇ ਕਰਜ਼ੇ ਚੜ੍ਹ ਗਏ। ਆਖਿਰ ਉਸ ਨੂੰ ਥੀਏਟਰ ਬੰਦ ਕਰਨਾ ਪਿਆ। ਉਹ ਫਿਰ ਫਿਲਮ ਵਿੱਚ ਪਾਰਟ ਕਰਨ ਲੱਗਾ। ਸ਼ਮਕ ਵਰਗੇ ਪਤਲੇ ਸਰੀਰ ਦਾ ਪ੍ਰਿਥਵੀ ਰਾਜ ਇਨ੍ਹਾਂ ਸਾਲਾਂ ਵਿੱਚ ਭਾਰਾ ਤੇ ਮੋਟਾ ਹੋ ਗਿਆ ਸੀ। ਫਿਲਮਾਂ ਵਿੱਚ ਹੁਣ ਉਹ ਵੱਡੇ ਭਰਾ ਜਾਂ ਮੋਟੇ ਬੁੱਢੇ ਬਾਦਸ਼ਾਹ ਜਾਂ ਜੰਗੀਰਦਾਰ ਦਾ ਪਾਰਟ ਕਰਦਾ। ਹੁਣ ਉਹ ਸਾਡੇ ਨਾਲ ਲੰਚ ਖਾਂਦੇ ਹੋਏ ਪ੍ਰਿਥਵੀ ਰਾਜ ਦੇ 6 ਤੰਦੂਰੀ ਮੁਰਗੇ ਚੱਬ ਹੁਣ ਸਾਡੇ ਨਾਲ ਲੰਚ ਖਾਂਦੇ ਹੋਏ ਪ੍ਰਿਥਵੀ ਰਾਜ ਨੇ 6 ਤੰਦੂਰੀ ਮੁਰਗੇ ਚੱਬ ਲਏ ਸਨ। ਜਿੰਨੀ ਨੇ ਤੰਦੂਰੀ ਪਾਫਰੇ ਖਾਧੀ। ਮੈਂ ਮੱਛੀ ਅਤੇ ਮੁਰਗ ਦੋਹਾਂ ਚੀਜ਼ਾਂ ਦਾ ਸਵਾਦ ਲਿਆ। ਇਸ ਭਾਰੀ ਲੰਚ ਪਿੱਛੋਂ ਉਸ ਨੇ ਸਾਨੂੰ ਆਪਣਾ ਘਰ ਦਿਖਾਇਆ ਤੇ ਥੀਏਟਰ ਦਾ ਸਾਜ਼ ਸਮਾਨ, ਪੋਸ਼ਾਕਾਂ, ਤਾਜ, ਜਟਾਂ, ਤਲਵਾਰਾਂ, ਪ੍ਰਾਚੀਨ ਗੜਵੀਆਂ, ਪਗੜੀਆਂ, ਸੁਨਹਿਰੀ ਅਚਕਨਾਂ, ਫਤੂਹੀਆਂ, ਸੀਨਰੀਆਂ ਦੇ ਬਚੇ ਹੋਏ ਟੁਕੜੇ, ਹਰ ਚੀਜ਼ ਉੱਤੇ ਗਰਦ ਪਈ ਹੋਈ ਸੀ ਤੇ ਇਹਨਾਂ ਵਿੱਚ ਪੁਰਾਣੇ ਪੇਂਟ ਦੀ ਗੰਧ ਆ ਰਹੀ ਸੀ। ਮੈਂ ਇਹਨਾਂ ਪੋਸ਼ਾਕਾਂ, ਤਲਵਾਰਾਂ ਤੇ ਮੰਚ ਸਮੱਗਰੀ ਨੂੰ ਦੇਖਿਆ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਮੈਂ ਉਸਦੇ ਸਾਰੇ ਨਾਟਕ ਕਈ ਵਾਰ ਦੇਖੇ ਸਨ। ਮੈਂ ਪੁੱਛਿਆ, ਮੈਂ ਇਹਨਾਂ ਚੀਜ਼ਾਂ ਚੋਂ ਬਤੌਰ ਯਾਦਗਾਰ ਕੁਝ ਲੈ ਸਕਦਾ ਹਾਂ ਕੀ? ਉਸ ਪੁੱਛਿਆ। ਕੋਈ ਵੀ ਚੀਜ਼। ਮਸਲੀਨ ਇਹ ਪਗੜੀ, ਇਹ ਉਨਾਬੀ ਰੰਗ ਦੀ ਪੱਗ ਚਾਂਦੀ ਦੇ ਕੁੱਲੇ ਉੱਤੇ ਬੰਨੀ ਹੋਈ, ਪਠਾਨ ਦੀ ਪੱਗ ਜਿਸ ਦਾ ਪਾਤਰ ਪ੍ਰਿਥਵੀ ਰਾਜ ਨੇ ਖੇਡਿਆ ਸੀ। ਮੈਂ ਤੈਨੂੰ ਦੇ ਦੇਵਾਂਗਾ, ਉਹ ਬੋਲਿਆ। ਸ਼ੁਕਰੀਆ, ਮੈਂ ਆਖਿਆ ਤੇ ਮੈਂ ਇਹ ਪੱਗ ਚੁੱਕ ਲਈ। ਕੁੱਲੇ ਵਾਲੇ ਵੱਡੀ ਰੇਸ਼ਮੀ ਪੱਗ ਜਿਸ ਦੀ ਤਾਬ ਸਮੇਂ ਨੇ ਮਾਦ ਪਾ ਦਿੱਤੀ ਪਰ ਫਿਰ ਵੀ ਖੂਬਸੂਰਤ ਲੱਗ ਰਹੀ ਸੀ। ਇਹ ਕੀਮਤੀ ਤੇ ਪ੍ਰਾਚੀਨ ਸੀ। ਪ੍ਰਿਥਵੀ ਰਾਜ ਦਾ ਖੁਦ ਦਾ ਚਿੰਨ੍ਹ। ਧੁੱਪਾਂ ਟੇਢੀਆਂ ਹੋ ਗਈਆਂ। ਸ਼ਾਮ ਪੈ ਰਹੀ ਸੀ। ਅਸੀਂ ਸਮੁੰਦਰ ਦੇ ਕੰਢੇ ਰੇਤਲੇ ਤੱਟ ਉੱਤੇ ਸੈਰ ਕਰਨ ਨਿਕਲ ਗਏ। ਲਹਿਰਾਂ ਵਿੱਚ ਸੰਗਤਰੀ ਰੰਗ ਤੇ ਨੀਲੇ ਰੰਗ ਘੁਲ ਰਹੇ ਸਨ। ਅਸੀਂ ਸੂਰਜ ਨੂੰ ਦੇਖਿਆ। ਇੱਕ ਪਤਲੇ ਬੱਦਲ ਨੇ ਇਸ ਨੂੰ ਢੱਕ ਕੇ ਰੱਖਿਆ ਸੀ। ਇਸ ਦੀ ਸ਼ਕਲ ਬਦਲਦੀ ਜਾ ਰਹੀ ਸੀ। ਪਹਿਲਾਂ ਇਹ ਤਪੇ ਹੋਏ ਥਾਲ ਵਾਂਗ ਲੱਗਿਆ, ਫਿਰ ਮੱਕੀ ਦੀ ਰੋਟੀ ਵਾਂਗ, ਫਿਰ ਕਿਸੇ ਮਹੰਤ ਦੇ ਰੋਡੇ ਸਿਰ ਵਾਂਗ, ਫਿਰ ਅੱਧੇ ਖਾਧੇ ਤਰਬੂਜ ਵਾਂਗ। ਜਿਸ ਨੂੰ ਕਿਸੇ ਦਿਓ ਨੇ ਚੱਕ ਮਾਰੇ ਹੋਣ। ਫੇਰੇ ਟੁੱਟੇ ਹੋਏ ਘੜੇ ਵਾਂਗ ਤੇ ਹੌਲੀ ਹੌਲੀ ਇਹ ਸਮੁੰਦਰ ਵਿੱਚ ਲੱਥ ਗਿਆ। ਮਖਮਲੀ ਲਹਿਰਾਂ ਨੀਲੀਆਂ ਹੋ ਗਈਆਂ। ਫਿਰ ਇਹ ਗਹਿਰੀ ਸਲੇਟੀ ਰੰਗ ਦੀਆਂ ਵੱਡੀਆਂ ਛੱਲਾਂ ਉਛਲ ਕੇ ਅੱਗੇ ਵਧਦੀਆਂ ਤੇ ਰੇਤਲੇ ਕੰਢੇ ਨੂੰ ਆਪਣੇ ਝੱਗਾਂ ਵਾਲੇ ਬੁੱਲਾਂ ਨਾਲ ਚੁੰਮਦੀਆਂ। ਵੱਡਾ ਪੀਲਾ ਚੰਦ ਅਸਮਾਨ ਵਿੱਚ ਚਮਕਣ ਲੱਗਾ। ਪ੍ਰਿਥਵੀ ਰਾਜ ਗਿੱਲੀ ਰੇਤ ਉੱਤੇ ਤੁਰਦਾ ਹੱਫ ਰਿਹਾ ਸੀ। ਉਸ ਦਾ ਸਾਹ ਧੌਂਕਣੀ ਵਾਂਗ ਚੱਲ ਰਿਹਾ ਸੀ। ਉਹ ਆਖਦਾ ਜਾ ਰਿਹਾ ਸੀ, ਮੈਂ ਜੂਹੂ ਵਿੱਚ ਇੱਕ ਛੋਟਾ ਜਿਹਾ ਥੀਏਟਰ ਕਾਇਮ ਕਰਾਂਗਾ। ਫਿਰ ਮੈਂ ਐਕਟ ਕਰਾਂਗਾ, ਡਾਇਰੈਕਟ ਕਰਾਂਗਾ। ਕੁਝ ਪਾਤਰ ਮੇਰੇ ਮਨ ਉੱਤੇ ਛਾਏ ਹੋਏ ਹਨ। ਇਤਿਹਾਸਕ ਹਸਤੀਆਂ, ਚਣਕਿਆ, ਅਕਬਰ, ਰਣਜੀਤ ਸਿੰਘ। ਜਿੰਨੀ ਬੋਲੀ, ਤੁਸੀਂ ਬਹੁਤ ਹੌਲੀ ਤੁਰਦੇ ਹੋ। ਮੇਰਾ ਜੀ ਕਰਦਾ ਹੈ ਰੇਤ ਉੱਤੇ ਦੌੜ ਲਾਵਾਂ। ਪ੍ਰਿਥਵੀ ਰਾਜ ਨੇ ਕਿਹਾ, ਜ਼ਰੂਰ। ਆਪਣੇ ਜੁੱਤੇ ਲਾ ਲਓ ਤੇ ਇਹਨਾਂ ਨੂੰ ਇੱਥੇ ਛੱਡ ਦਿਓ ਮੇਰੇ ਕੋਲ। ਮੈਂ ਇਹਨਾਂ ਦੀ ਰਾਖੀ ਕਰਾਂਗਾ।
ਅਸੀਂ ਜੁੱਤੇ ਲਾ ਲਏ ਤੇ ਉੱਥੇ ਰੱਖ ਦਿੱਤੇ ਤੇ ਬਹੁਤ ਤੇਜ਼ੀ ਨਾਲ ਸਮੁੰਦਰ ਦੀ ਨਮਕੀਨ ਹਵਾ ਫੱਕਦੇ 1 ਮੀਲ ਤੋਂ ਉੱਤੇ ਨਿਕਲ ਗਏ। ਸਾਡੇ ਪੈਰ ਗਿੱਲੇ ਰੇਤੇ ਵਿੱਚ ਧੱਸ ਰਹੇ ਸਨ। ਇੱਕ ਤਰ੍ਹਾਂ ਨਰਮ ਜ਼ਮੀਨ ਦਾ ਪਕੜਵਾਂ ਅਹਿਸਾਸ, ਜਿਸ ਦੀ ਖਿੱਚ, ਇਸ ਦੀ ਮਮਤਾ। ਅਸੀਂ ਰੇਤੇ ਉੱਤੇ ਵੱਡੀਆਂ ਪੈੜਾਂ ਛੱਡਦੇ ਜਾ ਰਹੇ ਸਾਂ, ਸੱਖਣੀਆਂ ਝਾਕਦੀਆਂ ਅੱਖਾਂ। ਰੇਤਲੇ ਤੱਟ ਉੱਤੇ ਆਕਾਸ਼ ਵਿੱਚ ਚੰਦ ਦੁੱਧ ਡੋਲ ਰਿਹਾ ਸੀ। ਜਿੰਨੀ ਮੈਥੋਂ ਅੱਗੇ ਦੌੜੀ ਜਾ ਰਹੀ ਸੀ, ਉਸ ਦੇ ਵਾਲ ਹਵਾ ਵਿੱਚ ਉੱਡ ਰਹੇ ਸਨ ਤੇ ਉਹ ਚਾਂਦੀ ਨਾਲ ਛੰਡੀ ਧੁੰਦ ਵਿੱਚ ਗੁਆਚ ਗਈ। ਮੈਂ ਖੜਾ ਗਰਜਦੇ ਸਮੁੰਦਰ ਨੂੰ ਤੱਕ ਰਿਹਾ ਸਾਂ। ਇਸ ਦੀਆਂ ਕਾਲੀਆਂ ਮਖਮਲੀ ਲਹਿਰਾਂ ਜੋ ਦੁਮੇਲ ਤੱਕ ਫੈਲੀਆਂ ਪਈਆਂ ਸਨ, ਯਕਦਮ ਮੈਨੂੰ ਪਾਣੀ ਤੋਂ ਖੌਫ ਆਉਣ ਲੱਗਾ। ਲਹਿਰਾਂ ਵੱਧ ਰਹੀਆਂ ਸਨ, ਇੱਕ ਮਾਤਮੀ ਰਾਗ ਗਾਉਂਦੀਆਂ ਰੇਤਲੇ ਤੱਟ ਨੂੰ ਹੌਲੀ ਹੌਲੀ ਹੜੱਪ ਕਰ ਰਹੀਆਂ ਸਨ। ਪਾਣੀ ਦਾ ਇਹ ਕਾਲਾ ਅਜਗਰ ਅੱਗੇ ਸਰਕ ਰਿਹਾ ਸੀ। ਜਿੰਨੀ ਵਾਪਸ ਆਈ, ਅਸੀਂ ਦੋਵੇਂ ਤੇਜ਼ ਵਾਪਸ ਮੁੜੇ। ਰੇਤਲੇ ਤੱਟ ਉੱਤੇ ਨਾਰੀਅਲਾਂ ਦੇ ਉੱਚੇ ਉੱਚੇ ਦਰਖਤਾਂ ਦੀਆਂ ਧਾਰੀਆਂ ਪੈ ਰਹੀਆਂ ਸਨ। ਅਸੀਂ ਦੇਖਿਆ ਪ੍ਰਿਥਵੀ ਰਾਜ ਚੌਕੜੀ ਮਾਰੀ ਬੈਠਾ ਹੌਲੀ ਹੌਲੀ ਕੋਈ ਪੁਰਾਣਾ ਗੀਤ ਗਾ ਰਿਹਾ ਸੀ, ਕੋਈ ਧਾਰਮਿਕ ਭਜਨ। ਉਸ ਦੀਆਂ ਅੱਖਾਂ ਬੰਦ ਸਨ, ਸਿਰ ਝੂਮ ਰਿਹਾ ਸੀ। ਇਹ ਗੀਤ ਇੱਕ ਪ੍ਰਕਾਰ ਸਮੁੰਦਰ ਦੀ ਆਰਾਧਨਾ ਸੀ। ਉਸ ਨੇ ਅੱਖਾਂ ਖੋਲੀਆਂ। ਉਹ, ਲਓ ਤੁਹਾਡੀ ਸ਼ਾਲ, ਇਹ ਸੰਭਾਲੋ ਆਪਣੇ ਜੁੱਤੇ। ਅਸੀਂ ਇਸ ਨੂੰ ਜੱਫੀ ਪਾਈ ਤੇ ਉਸ ਦੀ ਕੋਠੀ ਵੱਲ ਤੁਰ ਪਏ। ਧੰਨਵਾਦ।